नमस्कार, तुसी देख रहे हो डीडी पंजाबी। मैं हाँ मोहित रूबल। प्रोग्राम खेड संसार लैके एक बार फिर हो चुके हैं हाजिर। दोस्तों, अज के इस प्रोग्राम का विषय रहेगा पंजाब खेड नीति किन्नी क सार्थक है। इस मुद्दे पर गलबात करने लिए साडे नाल स्टूडियो में साडे अज के मेहमान मौजूद ने। सब तो पहला मैं स्वागत करदा अज के साडे मेहमान सीनियर स्पोर्ट्स जर्नलिस्ट डॉक्टर जतिंदर साबी जी का। सत श्री अकाल जी। सत श्री अकाल सर। उस तो बाद मैं स्वागत करदा साडे इंटरनेशनल एथलैटिक कोच सरबजीत सिंह होना का। सरबजीत जी, बहुत बहुत स्वागत है प्रोग्राम दे विच जी। तो जिवें कि असीं दस्सिया कि अज असीं गलबात करांगे कि पंजाब दी जिहड़ी खेड नीति है वो किन्नी क सार्थक है। सो सब तो पहला साबी जी, खेड नीति हुंदी की है ते किन्नी क जरूरी है? देखो, खेड नीति जिहड़ी हैगी आ किसे पहला खेडां जिहड़ियां क्यों जरूरी आ। खेडां दा मतलब हुंदा भी किसी भी राष्ट्र दी जिहड़ी नौजवान पीढ़ी आ वो जिन्नी रिष्ट-पुष्ट ते तंदुरुस्त होगी वो जिहड़ा राष्ट्र उन्ना ही मालामाल होगा तो उन्ना ही वो खुशहाल होएगा जी। तो ये उपर आप जो डिटेल नाल गलबात करते हैं, सेंट्रल गवर्नमेंट अपना एक नीति आयोग बनाया। वो क्यों बनाया कि वो देश नूं किस दिशा दे वल लैके जाना वो निर्धारित करदा। इसे तरीके दे नाल स्टेटां दे विच भी अपनी अबकारी नीति बनदी आ, ਵਿੱਤ नीति बनदी आ जी। तो अपने अपने विभाग दीयां जिहड़ियां वक्खरियां वक्खरियां नीतियां बनाईयां जांदियां। उन्हां तो जिहड़ा रैवन्यू जनरेट होना हुंदा जिन्हें स्टेट नूं उपर लैके जाना हुंदा जी। लेकिन जिहड़ी खेड दो आसपैक्ट इदां दे हैगे आ स्टेटां दे वास्ते जिहदे ते स्टेट खर्च करदी आ। ਉਹਦੇ ਵਿੱਚ ਪਹਿਲਾ ਹੈ खेड नीति, दूजा है सिक्ख्या नीति। इन्हां तो सानू सरकार ਨੂੰ मिलदा कुछ नहीं गा, लेकिन ਉਹਦੇ नेशन ਨੂੰ बहुत फायदा ਹੁੰਦਾ। ਉੱਤੇ सरकार पैसा खर्च करती है, पैसा खर्च करके ਉਹਨੂੰ ਤੋਂ ਆਊਟਪੁੱਟ ਲੈ ਕੇ ਆਪਣੇ ਜਿਹੜੀ ਆ ਦੇਸ਼ ਦੀ ਜਿਹੜੀ ਸਟੇਟ ਦੀ ਜਿਹੜੀ ਨੌਜਵਾਨ ਪੀੜ੍ਹੀ ਨੂੰ ਉਹਨੂੰ ਅੱਗੇ ਲੈ ਕੇ ਜਾਂਦੀ ਆ ਜੀ। ਉਹਨੂੰ ਆਪਾਂ ਖੇਡ ਨੀਤੀ ਕਿਹਾ ਜਾਂਦਾ। ਹਰ ਇੱਕ ਸਟੇਟ ਦੀ ਆਪਣੀ ਆਪਣੀ ਵੱਖਰੀ ਖੇਡ ਨੀਤੀ ਆ, ਸੈਂਟਰ ਦੀ ਵੱਖਰੀ ਖੇਡ ਨੀਤੀ ਆ। ਉਹਦੇ ਬਾਰੇ ਅੱਗੇ ਡਿਟੇਲ 'ਚ ਗੱਲਬਾਤ ਕਰਾਂਗੇ ਉਹ ਕਿੱਦਾਂ ਦੀ ਹੁੰਦੀ, ਕੀ ਚੀਜ਼ ਹੁੰਦੀ ਆ ਜੀ। ਸੋ ਸਰਬਜੀਤ ਜੀ, ਖੇਡ ਨੀਤੀ ਮਤਲਬ ਕਿ ਆਪਾਂ ਇੱਕ ਪਾਲਿਸੀ ਬਣਾਉਣੀ ਹੈ ਕਿ ਅਸੀਂ ਆਪਣੇ ਕੱਲ੍ਹ 'ਤੇ ਇਨਵੈਸਟ ਕਰ ਰਹੇ ਹਾਂ ਸੋ ਦੈਟ ਆਪਣਾ ਜਿਹੜੀ ਪੰਜਾਬ ਦਾ ਜਿਹੜਾ ਯੂਥ ਹੈ ਉਹ ਕੱਲ੍ਹ ਨੂੰ ਉਹਦੇ 'ਤੇ ਆਪਾਂ ਪੈਸੇ ਇਨਵੈਸਟ ਕਰੀਏ। ਜਿਵੇਂ ਸਾਬੀ ਜੀ ਨੇ ਕਿਹਾ ਕਿ ਭਾਵੇਂ ਸਿੱਖਿਆ ਦੀ ਗੱਲ ਹੋਵੇ, ਭਾਵੇਂ ਖੇਡ ਦੀ ਗੱਲ ਹੋਵੇ, ਅਸੀਂ ਉਹਨਾਂ 'ਤੇ ਪੈਸੇ ਲਾਉਂਦੇ ਹਾਂ, ਉਹਨਾਂ ਨੂੰ ਖੇਡ ਸਿਖਾਉਂਦੇ ਹਾਂ ਤਾਂ ਜੋ ਵਧੀਆ ਪਲੇਅਰ ਬਣਨ, ਪੰਜਾਬ ਦਾ ਨਾਮ ਰੋਸ਼ਨ ਕਰਨ, ਦੇਸ਼ ਦਾ ਨਾਮ ਰੋਸ਼ਨ ਕਰਨ। ਅਲਟੀਮੇਟਲੀ ਬਾਅਦ 'ਚੋਂ ਇੱਕ ਰੈਵਨਿਊ ਜਾਂ ਕਹਿ ਲਓ ਕਿ ਇੱਕ ਪੈਸੇ ਵੀ ਜਿਹੜੇ ਹੈ ਉਹ ਆਪਣੇ ਸੂਬੇ 'ਚ ਆਉਣ। ਸੋ ਤੁਹਾਡਾ ਕੀ ਵਿਚਾਰ ਹੈ ਕਿ ਜਿਹੜੀ ਖੇਡ ਨੀਤੀ ਹੈ ਉਹ ਕਿੰਨੀ ਕੁ ਜ਼ਰੂਰੀ ਹੋਣੀ ਚਾਹੀਦੀ ਹੈ? ਖੇਡ ਨੀਤੀ ਇਸ ਕਰਕੇ ਜ਼ਰੂਰੀ ਹੈ ਕਿ ਜਿੱਦਾਂ ਹੁਣ ਸਾਡੀਆਂ ਗਰਾਊਂਡਸ ਕਈ ਖਾਲੀ ਪਈਆਂ, ਉਹਨਾਂ ਨੂੰ ਕਿੱਦਾਂ ਅਸੀਂ ਭਰਨਾ, ਸਾਡਾ ਆਉਣ ਵਾਲਾ ਜੀਨਸ ਸਾਡਾ ਠੀਕ ਰਹਿ ਸਕੇ, ਆਉਣ ਵਾਲੀ ਪੀੜ੍ਹੀ ਸਾਡੀ ਠੀਕ ਰਹਿ ਸਕੇ। ਹੁਣ ਕੱਲਾ ਆਪਾਂ ਜੇ ਕਹੀਏ ਕਿ ਮੈਡਲ ਜਿੱਤਣ ਵਾਲੇ ਨੂੰ ਅਸੀਂ 2 ਕਰੋੜ 6 ਕਰੋੜ ਦੇ ਕੇ ਕੱਲਾ ਉਹਨੂੰ ਪਾਸੇ ਕਰ ਦਈਏ। ਖੇਡ ਨੀਤੀ ਇਹ ਹੋਣੀ ਚਾਹੀਦੀ ਕਿ ਸਹੀ ਜਗ੍ਹਾ ਤੇ ਸਹੀ ਆਪਸ ਦਾ ਤਾਲਮੇਲ ਬਣਾਉਣਾ ਕਿਸੇ ਵੀ ਚੀਜ਼ਾਂ ਦਾ। ਹੁਣ ਜਿੱਦਾਂ ਕਿ ਕੋਈ ਬੱਚਾ ਕਿਸੇ ਪਿੰਡ 'ਚ ਟ੍ਰੇਨਿੰਗ ਕਰਦਾ, ਉਹਨੂੰ ਪਤਾ ਹੀ ਨਹੀਂ ਮੈਂ ਐਥਲੀਟ ਬਣਨਾ, ਮੈਂ ਹਾਕੀ ਪਲੇਅਰ ਬਣਨਾ, ਮੈਂ ਫੁੱਟਬਾਲਰ ਬਣਨਾ ਜਾਂ ਕੀ ਬਣਨਾ। ਉਹਨੂੰ ਉੱਥੇ ਤੱਕ ਪਹੁੰਚਣਾ, ਸਰਕਾਰ ਦਾ ਪਹੁੰਚਣਾ, ਸਰਕਾਰ ਦੇ ਕਿਸੇ ਨੁਮਾਇੰਦੇ ਦਾ, ਕੋਚ ਦਾ ਪਹੁੰਚਣਾ ਤੇ ਉਹਨਾਂ ਦਾ ਤਾਲਮੇਲ ਹੋ ਜਾਣਾ। ਦੂਸਰੀ ਗੱਲ ਇਹ ਕਿ ਜਦੋਂ ਤੁਸੀਂ ਕਿਤੇ ਇੰਟਰਨੈਸ਼ਨਲ ਮੈਡਲ ਜਿੱਤਦੇ, ਹੁਣ ਬਾਹਰਲੇ ਤੁਸੀਂ ਜਿੰਨੇ ਸਪੋਰਟਸ ਪਰਸਨਸ ਆ ਉਹਨਾਂ ਨੂੰ ਇੰਨੇ ਪੈਸੇ ਜਾਂ ਇੰਨੇ ਕਲੱਬ ਜਾਂ ਇੰਨਾ ਸ਼ੋਹਰਤ ਕਿਉਂ ਦਿੰਦੇ? ਕਿਉਂਕਿ ਇੱਕ ਪਲੇਅਰ ਦੀ ਫੋਟੋ ਜਦੋਂ ਲੱਗਦੀ ਆ ਉਹਨਾਂ ਦੇ ਹਜ਼ਾਰਾਂ ਲੱਖਾਂ ਲੋਕ ਫੁੱਟਬਾਲ ਖੇਡਣ ਲੱਗ ਪੈਂਦੇ। ਉਹਦੇ ਨਾਲ ਸਾਡਾ ਦੇਸ਼ ਸਿਹਤਮੰਦ ਹੋ ਜਾਂਦਾ ਤੇ ਆਉਣ ਵਾਲੀ ਪੀੜ੍ਹੀ ਸਿਹਤਮੰਦ ਹੋ ਜਾਂਦੀ। ਖੇਡਾਂ ਇਸ ਕਰਕੇ ਖੇਡ ਨੀਤੀ ਦਾ ਬਹੁਤ ਵੱਡਾ ਰੋਲ ਆ ਸਾਡੇ ਤੰਦਰੁਸਤ ਰਹਿਣ ਦੇ ਵਿੱਚ, ਕਿਉਂਕਿ ਕਿਸੇ ਵੀ ਦੇਸ਼ ਦੀ ਉੱਥੋਂ ਹੀ ਤਾਕਤ ਪਤਾ ਲੱਗਦੀ ਆ, ਡਿਵੈਲਪਮੈਂਟ ਉੱਥੋਂ ਪਤਾ ਲੱਗਦੀ ਕਿ ਜੇ ਉਹਦੀ ਤੰਦਰੁਸਤੀ ਤੇ ਉਹਦੀ ਪੜ੍ਹਾਈ ਤੇ ਉਹਦੇ ਖੇਡਾਂ ਦੇ ਵਿੱਚ ਕੀ ਰੋਲ ਆ ਉਹਦਾ ਜੀ। ਸੋ ਬੇਸਿਕਲੀ ਜਿਹੜੀ ਖੇਡ ਨੀਤੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਕਾਫੀ ਸਾਰੇ ਪਲੇਅਰਸ ਜਿਹੜੇ ਬਣ ਸਕਦੇ ਨੇ, ਨਾਮ ਰੋਸ਼ਨ ਕਰ ਸਕਦੇ ਨੇ, ਉਹਨਾਂ ਤੱਕ ਸਹੀ ਜਿਹੜੀਆਂ ਸੁਵਿਧਾਵਾਂ ਨੇ ਉਹ ਪਹੁੰਚਣ, ਉਹਨਾਂ ਨੂੰ ਸਹੀ ਫੈਸਿਲਿਟੀਜ਼ ਮਿਲਣ ਤੇ ਸਾਰੇ ਜਿਹੜੇ ਅਲੱਗ-ਅਲੱਗ ਵਿਭਾਗ ਨੇ, ਚਾਹੇ ਸਪੋਰਟਸ ਇੰਸਟੀਚਿਊਟ ਹੈ, ਚਾਹੇ ਕੋਈ ਸਪੋਰਟਸ ਦਾ ਕੋਈ ਕਾਲਜ ਹੈ, ਸਕੂਲ ਹੈ ਜਾਂ ਜਿਹੜੇ ਈਵਨ ਸੁਸਾਇਟੀ ਵੀ ਹੈ, ਉਹ ਸਾਰੇ ਇੱਕ ਚੰਗੇ ਇੱਕ ਸੂਤਰ ਦੇ ਵਿੱਚ ਬੰਨੇ ਜਾਣ ਤੇ ਆਪਣੀ ਆਪਣੀ ਜਿਹੜੀ ਰਿਸਪੌਂਸਿਬਿਲਿਟੀ ਹੈ ਉਸ ਨੂੰ ਸਮਝਣ। ਸਾਬੀ ਜੀ, ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ, ਕਿਉਂਕਿ ਪੰਜਾਬ 'ਚ ਬੈਠੇ ਆ, ਪੰਜਾਬ ਦੀ ਖੇਡ ਨੀਤੀ ਦੀ ਗੱਲ ਕਰ ਰਹੇ ਹਾਂ, ਸੋ ਪੰਜਾਬ ਦੀ ਖੇਡ ਨੀਤੀ ਕੀ ਕਹਿੰਦੀ ਹੈ? ਦੇਖੋ, ਪੰਜਾਬ ਦੀ ਖੇਡ ਨੀਤੀ ਦੇ ਉਹਨਾਂ ਨੇ ਖੇਡ ਨੀਤੀ ਵਿੱਚ ਬਹੁਤ ਵੱਖਰੇ ਪੱਖ ਉਹਨਾਂ ਨੇ ਡਿਸਕਸ ਕੀਤੇ। ਪੰਜਾਬ ਦੀ ਖੇਡ ਨੀਤੀ ਬਣੀ ਆ ਔਰ ਇਹਦਾ ਇਹ ਆ ਵੀ ਜਦੋਂ ਸਰਕਾਰਾਂ ਨਵੀਆਂ ਹਰ ਸਰਕਾਰ ਆਉਂਦੀ, ਹਰ ਸਰਕਾਰ ਆਪਣੀ ਜਿਹੜੀ ਖੇਡ ਪਾਲਿਸੀ ਉਹ ਮਤਲਬ ਬਣਾਉਂਦੀ ਆ ਜਾਂ ਉਹਨੂੰ ਰਿਵਿਊ ਕਰਦੀ ਆ। ਲੇਕਿਨ ਇਹ ਕਦੀ ਵੀ ਕਿਸੇ ਵੀ ਸਰਕਾਰ ਨੇ ਇਹਨੂੰ ਕਾਨੂੰਨੀ ਦਸਤਾਵੇਜ਼ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇੱਕ ਕਾਨੂੰਨੀ ਦਸਤਾਵੇਜ਼ ਹੋਵੇ ਜਿਹਦੇ ਅਕੋਰਡਿੰਗਲੀ ਜੋ ਤਾਂ ਲਿਖ ਦਿੱਤਾ ਉਹ ਪਲੇਅਰ ਨੂੰ ਮਿਲੇ ਤਾਂ ਪਲੇਅਰਾਂ ਤੋਂ ਵੀ ਉਹ ਆਸਪੈਕਟ ਕਰਨ ਵੀ ਪਲੇਅਰ ਵੀ ਜਿਹੜੀ ਆ ਉਹ ਚੀਜ਼ ਦੇ ਮਾਪਦੰਡ ਪੂਰੇ ਕਰਨ। ਪਹਿਲੀ ਗੱਲ ਹੈ ਵੀ ਆਪਾਂ ਖੇਡ ਸੱਭਿਆਚਾਰ ਕਿੱਦਾਂ ਪੈਦਾ ਕਰਨਾ। ਖੇਡ ਸੱਭਿਆਚਾਰ ਉਹਦੇ ਵਿੱਚ ਜ਼ਰੂਰੀ ਨਹੀਂ ਵੀ ਸਾਰੇ ਹੀ ਸਾਡੇ ਜਿਹੜੇ ਆ
ਉਹ ਜਿਹੜੇ ਨਾਗਰਿਕ ਆ ਉਹ 올림픽 ਮੈਡਲ ਲੈਣ, ਸਾਰੇ ਤਾਂ ਲੈ ਨਹੀਂ ਸਕਦੇ। ਜੀ ਜੀ। ਉਹਦੇ ਵਿੱਚ ਕੀ ਕਰਨਾ ਆਪਾਂ ਦੇਖਣਾ ਕੀ ਉਹ ਜਿਹੜੀ ਇੱਕ ਬੇਸਿਕ ਫਿਟਨੈਸ ਹੈਗੀ ਆ ਉਹਨਾਂ ਦੀ, ਉਹਨਾਂ ਦਾ ਜਿਹੜਾ ਬੇਸਿਕ ਫਿਟਨੈਸ, ਮੁੱਢਲੀ ਫਿਟਨੈਸ, ਉਹ ਆਪਣੇ ਆਪ ਨੂੰ ਫਿੱਟ ਕਿੱਦਾਂ ਰੱਖਣ। ਇੱਕ ਆਸਪੈਕਟ ਇਹ ਆ। ਦੂਜਾ ਆਸਪੈਕਟ ਇਹ ਆ ਵੀ ਸਾਰੇ ਸਪੋਰਟਸ ਫਾਰ ਆਲ, ਸਪੋਰਟਸ ਸਾਰਿਆਂ ਲਈ ਜ਼ਰੂਰੀ ਹੋਵੇ। ਨੰਬਰ 3 ਦੇ ਉੱਪਰ ਆਪਾਂ ਲੈ ਕੇ ਜਾਣਾ ਵੀ ਜਿਹੜੇ ਅੱਗੇ ਚੰਗੇ ਪਲੇਅਰ ਨੇ ਕਹਿੰਦੇ ਉਹਨਾਂ ਦਾ ਕੰਪੀਟੀਸ਼ਨ ਸਪੋਰਟਸ ਦੇ ਵਿੱਚ ਕਿਹੜੇ ਸਾਡੇ ਪਲੇਅਰ ਹੈਗੇ ਆ, ਕਿਹੜੇ ਸਾਡੇ ਗੇਮਸ ਨਿਕਲਣ ਵਾਲੇ ਹੈਗੇ ਆ। ਉਸ ਤੋਂ ਇਲਾਵਾ ਜਿਹੜੇ ਉਹ ਗੇਮ 'ਚ ਅੱਗੇ ਨਿਕਲ ਜਾਂਦੇ ਆ, ਉਹ ਤੋਂ ਬਾਅਦ ਹੁੰਦੇ ਆ ਉਹ ਜਿਹੜੀ ਆ ਹਾਈ ਪਰਫਾਰਮੈਂਸ ਸਪੋਰਟਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਿੱਦਾਂ ਲੈ ਕੇ ਜਾਣਾ। ਬਾਕੀ ਜਿਹੜੇ ਇਸ ਪਾਸੇ ਨਹੀਂ ਜਾ ਸਕਦੇ ਉਹਨਾਂ ਨੂੰ ਅਸੀਂ ਰੀਕ੍ਰੀਏਸ਼ਨਲ ਗੇਮਸ ਕਿੱਦਾਂ ਦੇਣੀਆਂ, ਪਰ ਉਹ ਰੀਕ੍ਰੀਏਸ਼ਨ ਕਰਨ ਆਪਣਾ ਫਿਟਨੈਸ ਕਰਨ। ਜੀ ਤੁਹਾਡੇ ਦੋਵਾਂ ਤੋਂ ਮੈਂ ਇੱਕ ਸਵਾਲ ਪੁੱਛਾਂ ਕਿ ਤੁਹਾਨੂੰ ਤਾਂ 2-3 ਦਹਾਕੇ ਹੋ ਚੁੱਕੇ ਨੇ ਇਸ ਸਪੋਰਟਸ ਨੂੰ ਕਵਰ ਕਰਦੇ ਨੂੰ, ਪੱਤਰਕਾਰਿਤਾ ਕਰਦੇ ਨੂੰ, ਤੁਹਾਨੂੰ ਤੁਸੀਂ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹੋ। ਜੇਕਰ ਮੈਂ ਪੁੱਛਾਂ ਕਿ ਪਿਛਲੇ 5-10 ਜਾਂ 15 ਸਾਲਾਂ ਦੇ ਵਿੱਚ ਪੰਜਾਬ ਦੀ ਖੇਡ ਨੀਤੀ 'ਚ ਕੀ ਸੁਧਾਰ ਆਇਆ, ਕਿੰਨਾ ਕੁ ਜਿਹੜਾ ਫਾਇਦਾ ਹੈ ਪੰਜਾਬ ਦੇ ਜਿਹੜੇ ਯੂਥ ਨੇ ਜਿਹੜੇ ਖੇਡ ਰਹੇ ਨੇ ਉਹਨਾਂ ਨੂੰ ਮਿਲ ਰਿਹਾ? ਦੇਖੋ, ਜਿੱਥੇ ਤੱਕ ਸਰਕਾਰਾਂ ਦਾ ਸਵਾਲ ਆ, ਸਰਕਾਰਾਂ ਨੇ ਤਾਂ ਖੇਡ ਨੀਤੀ ਬਣਾ ਦਿੱਤੀ, ਉਹਦੇ ਅਕੋਰਡਿੰਗਲੀ ਉਹਨਾਂ ਨੇ ਪੈਸੇ ਵੀ ਡਿਕਲੇਅਰ ਕਰਤੇ। ਠੀਕ ਆ, ਸਾਡਾ ਜਿੱਦਾਂ ਪਲੇਅਰ 올림픽 'ਚ ਜਿੱਤ ਕੇ ਆਉਂਦਾ 2.25 ਕਰੋੜ ਰੁਪਏ ਮਿਲਦਾ, ਏਸ਼ੀਅਨ ਗੇਮ 'ਚ ਜਿੱਤ ਕੇ ਆਉਂਦਾ ਲੱਖ ਰੁਪਏ ਮਿਲਦਾ, ਕਾਮਨਵੈਲਥ 'ਚ ਆਉਂਦਾ ਤਾਂ 1 ਕਰੋੜ ਮਿਲਦਾ, ਉੱਧਰੋਂ 75 ਲੱਖ ਮਿਲਦਾ। ਉਹ ਇਸ ਤਰੀਕੇ ਦੇ ਨਾਲ ਥੱਲੜੇ ਲੈਵਲ 'ਤੇ ਵੀ ਉਹਨਾਂ ਨੇ ਜਿਹੜੀ ਆ ਇਨਾਮ ਡਿਕਲੇਅਰ ਕੀਤੇ ਆ। ਪਰ ਅਜੇ ਤੱਕ ਵੀ ਕਈ ਇੱਦਾਂ ਦੇ ਛੋਟੇ ਸਕੂਲ ਲੈਵਲ ਦੇ, ਜੂਨੀਅਰ ਨੈਸ਼ਨਲ ਲੈਵਲ ਦੇ, ਉਹਨਾਂ ਦੇ ਲੈਵਲ ਦੇ ਉੱਥੇ ਜਿਹੜੇ ਡਿਕਲੇਅਰ ਤਾਂ ਕੀਤੇ ਆ ਪਰ ਉਹਨਾਂ ਨੂੰ ਮਿਲਦੇ ਨਹੀਂ ਗੇ। ਹੁਣ ਜਿੱਦਾਂ 6 ਤਰੀਕ ਤੱਕ ਨਾ ਇੱਕ ਇਹਨਾਂ ਨੇ ਕੈਸ਼ ਅਵਾਰਡ ਲਈ ਫਾਰਮ ਭਰਨ ਲਈ ਕਿਹਾ। ਜੀ। ਹੁਣ 6 ਤਰੀਕ ਤੱਕ ਸਾਡੀਆਂ ਵੀ ਕਈ ਵਾਰੀ ਸਰਟੀਫਿਕੇਟਸ ਹੀ ਨਹੀਂ ਆਉਂਦੇ ਬੱਚਿਆਂ ਦੇ। ਰੋਜ਼ ਸਾਡੇ ਜਿੰਨੇ ਗਰੁੱਪਸ ਬਣੇ ਆ ਉਹਦੇ ਵਿੱਚ ਮੈਸੇਜ ਆ ਰਹੇ ਆ ਕਿ ਛੇਤੀ ਸਾਡੇ ਸਰਟੀਫਿਕੇਟਸ ਪਾ ਦਿਓ, ਸਟੇਟ ਵਾਲੇ ਪਾ ਦਿਓ, ਸਾਡੇ ਨੈਸ਼ਨਲ ਵਾਲੇ ਪਾ ਦਿਓ। ਉਹ ਇੱਦਾਂ ਕਈ ਵਾਂਝੇ ਰਹਿ ਜਾਂਦੇ। ਉਸ ਤੋਂ ਬਾਅਦ ਜਦੋਂ ਅਵਾਰਡ ਮਿਲ ਜਾਂਦਾ ਜਾਂ ਕੁਝ ਬੱਚਿਆਂ ਨੂੰ ਮਿਲ ਜਾਂਦਾ, ਕੁਝ ਨੂੰ ਨਹੀਂ ਮਿਲਦਾ, ਉਹ ਫਿਰ ਬੱਚੇ ਕਹਿੰਦੇ ਜੀ ਤੁਸੀਂ ਸਰਟੀਫਿਕੇਟ ਨਹੀਂ ਲਾਏ। ਪਰ ਅੱਜ ਦੇ ਯੁੱਗ 'ਚ ਮੈਨੂੰ ਲੱਗਦਾ ਹੈ ਕਿ ਜਿੱਦਾਂ ਹਰੇਕ ਚੀਜ਼ ਆਨਲਾਈਨ ਹੈਗੀ ਆ ਜਾਂ ਕੁਛ ਆ, ਕੋਈ ਇੱਦਾਂ ਦੀਆਂ ਡਿਊਟੀਜ਼ ਵੀ ਲੱਗਣੀਆਂ ਚਾਹੀਦੀਆਂ ਕਿ ਉਹ ਬੱਚੇ ਨੂੰ ਉਹਦੇ ਲਈ ਸਟਰਗਲ ਨਾ ਕਰਨਾ ਪਵੇ। ਕਿਉਂਕਿ ਅੱਜ ਦੀ ਡੇਟ 'ਚ ਵੀ ਕੋਈ ਵੀ ਨੈਸ਼ਨਲ ਖੇਡਦੇ ਆ ਉਹਦੇ ਸਰਟੀਫਿਕੇਟਸ ਕਈ ਵਾਰੀ 2-2 ਮਹੀਨੇ ਬਾਅਦ, 3-3 ਮਹੀਨੇ ਬਾਅਦ। ਹਜੇ ਜਿੱਦਾਂ ਨੈਸ਼ਨਲ ਗੇਮਸ ਹੋਈਆਂ ਅਜੇ ਤੱਕ ਉਹਦੇ ਸਰਟੀਫਿਕੇਟਸ ਨਹੀਂ ਆਏ। ਜੇ ਕਿਤੇ ਜਿਹੜੀ 2018 'ਚ ਖੇਡ ਦੀ ਸਾਡੀ ਬਣੀ ਸੀ, ਉਹਨਾਂ ਨੇ ਸਾਨੂੰ ਦੇ ਦਿੱਤਾ ਵੀ ਤੁਹਾਨੂੰ ਮਤਲਬ ਖਿਡਾਰੀਆਂ ਨੂੰ 3% ਕੋਟਾ ਹਰ ਇੱਕ ਵਿਭਾਗ ਦੇ ਵਿੱਚ ਦਿੱਤਾ ਜਾਊਗਾ। ਉਹਦੇ ਨਾਲ ਕੀ ਹੋਇਆ ਵੀ ਮੰਨ ਲਓ ਅਸੀਂ ਸਾਨੂੰ ਪਲੇਅਰ ਚਾਹੀਦੇ ਉਸ ਡਿਪਾਰਟਮੈਂਟ ਦੇ ਵਿੱਚ, ਹਾਕੀ ਦੇ ਚਾਹੀਦੇ ਆ ਜਾਂ ਉਹ ਚਾਹੀਦੇ, ਮਤਲਬ ਉਹ ਇੱਕੋ ਈਵੈਂਟ ਦੇ ਮਿਲ ਜਾਂਦੇ ਆ। ਇੱਕੋ ਜਿੱਦਾਂ ਮਿਡ ਫੀਲਡਰ ਚਾਹੀਦੇ ਆ ਉਹ ਹੀ ਮਿਲ ਜਾਂਦੇ, ਮਤਲਬ ਨਹੀਂ ਮਿਲਦੇ। ਇਸੇ ਤਰੀਕੇ ਨਾਲ ਇਹ ਕੋਈ ਜਿਹੜੀ ਆ 3% ਕੋਟਾ ਠੀਕ ਆ ਹੋਣਾ ਚਾਹੀਦਾ, ਲੇਕਿਨ ਜਿਸ ਤਰੀਕੇ ਨਾਲ ਖਿਡਾਰੀਆਂ ਦੀ ਭਰਤੀ ਜਿਹੜੀ ਹੈਗੀ ਆ ਪੰਜਾਬ ਪੁਲਿਸ 'ਚ ਉਹਨਾਂ ਨੇ ਸਪੋਰਟਸ ਤੋਂ ਪ੍ਰਮੋਸ਼ਨ ਬੰਦ ਕੀਤੀ ਆ, ਉਹਦੇ ਨਾਲ ਜਿਹੜੀ ਪੰਜਾਬ ਦੀ ਸਪੋਰਟਸ ਨੂੰ ਬਹੁਤ ਲੋਸ ਹੋਣਾ। ਜੀ ਥੋੜਾ ਹੋਰ ਜਾਣਨ ਦੀ ਕੋਸ਼ਿਸ਼ ਕਰੀਏ ਕਿ ਤੁਹਾਡੇ ਕਹਿਣ ਦਾ ਮਤਲਬ ਕਿ ਪੰਜਾਬ ਦੇ ਵਿੱਚ ਥੋੜੀ ਮੋਟੀ ਪਾਲਿਸੀ ਤੇ ਹੈਗੀ ਹੈ, ਇੰਪਲੀਮੈਂਟੇਸ਼ਨ ਜਿਵੇਂ ਹੁਣੇ ਸਰਬਜੀਤ ਨੇ ਦੱਸਿਆ ਕਿ ਸਰਕਾਰ ਕੋਸ਼ਿਸ਼ ਤਾਂ ਕਰਦੀ ਹੈ ਕਿ ਬੱਚਿਆਂ ਨੂੰ ਫੈਸਿਲਿਟੀਜ਼ ਮਿਲਣ, ਬੱਚਿਆਂ ਨੂੰ ਜਿਹੜਾ ਭੱਤਾ ਹੈ ਉਹ ਦਿੱਤਾ ਜਾਵੇ, ਬੱਚਿਆਂ ਨੂੰ ਜਿਹੜਾ ਉਹਨਾਂ ਦਾ ਮਾਣ ਸਤਿਕਾਰ ਦਿੱਤਾ ਜਾਵੇ। ਪਰ ਜਿਵੇਂ ਸਰਟੀਫਿਕੇਟ ਵਿੱਚ ਦੇਰੀ ਹੋ ਰਹੀ ਹੈ ਜਾਂ ਫਿਰ ਫਾਰਮ ਭਰਨ ਦੀ ਬੜੀ ਛੋਟੀ ਬੜੀ ਘੱਟ ਡੇਟ ਦੱਸੀ ਜਾ ਰਹੀ ਹੈ, ਸੋ ਇੰਪਲੀਮੈਂਟੇਸ਼ਨ ਵਿੱਚ ਥੋੜੀ ਬਹੁਤੀ ਦਿੱਕਤ ਆ ਰਹੀ ਹੈ। ਨਹੀਂ, ਹੁਣ ਜਿਸ ਤਰ੍ਹਾਂ ਇੱਕ ਸੈਫ ਗੇਮਸ ਹੋਈਆਂ ਸੀ, ਸੈਫ ਗੇਮਸ ਦੇ ਵਿੱਚ ਜਿਹੜਾ ਮੈਡਲ ਸੀ 2 ਮੁੰਡਿਆਂ ਦਾ, ਇੱਕ ਦਾ ਸਰਟੀਫਿਕੇਟ ਫੈਡਰੇਸ਼ਨ ਨੇ ਭੇਜਿਆ ਨਹੀਂ, ਉਹਨੇ ਲਿਖ ਕੇ ਦੇ ਦਿੱਤਾ, ਹਨਾ। ਉਹ ਇੱਕ ਨੂੰ 3.5 ਲੱਖ ਮਿਲ ਗਿਆ, ਦੂਜਾ ਜਦ ਕਿ ਉਸ ਤੋਂ ਟੌਪ ਪਲੇਅਰ ਸੀ ਉਹਨੂੰ ਨਹੀਂ ਉਹਨੇ ਪੈਸੇ ਮਿਲੇ। ਇਦਾਂ ਦੀਆਂ ਚੀਜ਼ਾਂ ਦੇ ਮਨਾਂ ਵਿੱਚ ਵੀ ਥੋੜਾ ਖਦਸ਼ਾ ਜਿਹਾ ਰਹਿ ਜਾਂਦਾ ਹੈ ਪਲੇਅਰ ਦੇ ਵਿੱਚ ਆਉਂਦਾ ਜੀ। ਹਾਂਜੀ, ਜਿਹੜਾ ਦੇਖੋ ਜੀ ਤੁਹਾਡਾ ਹਾਰਮੋਨ ਸੀ ਉਦੋਂ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਕਿ ਹਾਰਮੋਨ ਦੀ ਸਾਰੀ ਖੇਡ ਆ ਜਦੋਂ ਤੁਸੀਂ ਖੁਸ਼ੀ ਨਾਲ ਕੋਈ ਕੰਮ ਕਰਦੇ। ਮੈਂ ਤਾਂ ਇੱਥੇ ਵੀ ਕਹਿਣਾ ਚਾਹੁੰਦਾ ਕਿ ਸਾਡੇ ਮਤਲਬ ਹੁਣ ਤਾਂ ਸਰਕਾਰਾਂ ਖੇਡ ਨੀਤੀ ਬਣਾਉਂਦੀਆਂ ਨਾ, ਮੈਨੂੰ ਲੱਗਦਾ ਸਾਡੇ ਬਜ਼ੁਰਗਾਂ ਨੇ ਇੱਕ ਸੌਫਟਵੇਅਰ ਬਣਾ ਦਿੱਤਾ ਸੀ ਜਦੋਂ ਬੱਚੇ ਸਕੂਲਾਂ ਦੇ ਵਿੱਚ ਖੇਡਦੇ ਸੀ, ਕੋਈ ਲੰਗੜੀ ਲੱਤ ਖੇਡਦਾ ਸੀ, ਕੋਈ ਛੂਹ ਛਪਾਈ ਖੇਡਦਾ ਸੀ, ਮੰਨ ਲਓ ਕਮ ਸੇ ਕਮ ਗਰਾਊਂਡ ਭਰੀਆਂ ਤਾਂ ਰਹਿੰਦੀਆਂ ਸੀ ਨਾ, ਕੋਈ ਬੰਟੇ ਖੇਡਦਾ। ਜਿੱਦਾਂ ਹੁਣ ਮੈਂ ਦੇਖਿਆ ਕਿ ਨਵੇਂ ਅਸੀਂ ਵਰਲਡ ਲੈਵਲ ਦੇ ਕੋਰਸ ਕੀਤੇ ਨਾ, ਉਹਨਾਂ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਸਭ ਤੋਂ ਪਹਿਲੇ ਤੁਸੀਂ ਸਪੀਡ ਡਿਵੈਲਪ ਕਰਨੀ ਆ। ਉਸ ਜਦੋਂ ਅਸੀਂ ਆਪਣੀਆਂ ਗੇਮਸ ਦੇਖਦੇ ਜਿਹੜੀਆਂ ਉਹਨਾਂ ਨੇ ਦੱਸੀਆਂ ਕਿ ਅਸੀਂ ਹੱਥਾਂ ਤੇ ਮਾਰਨ ਲਈ ਚਿੜੀ ਉੱਡੀ ਕਾਂ ਉੱਡਿਆ ਖੇਡਦੇ ਸੀ, ਉਹ ਸਪੀਡ ਡਿਵੈਲਪ ਕਰਦੀ ਸੀ। ਉਹ ਬੱਚੇ ਦੇ ਪੰਘੂੜੇ 'ਚ ਸੀ ਉਹ ਕੋਈ ਖਿਡੌਣਾ ਟੰਗ ਦਿੰਦੇ ਸੀ ਉਹਦੀਆਂ ਅੱਖਾਂ ਨਾਲ, ਉਹ ਸਪੀਡ ਡਿਵੈਲਪ ਕਰਦੀ ਸੀ। ਫਿਰ ਛੂਹ ਛਪਾਈ ਖੇਡਦੇ ਸੀ। ਉਹ ਬੜਾ ਕਈ ਵਾਰੀ ਫੀਲ ਹੁੰਦਾ ਹੈ ਕਿ ਉਹ ਦੇਖੋ ਕਿੱਦਾਂ ਦੀ ਖੇਡ ਨੀਤੀ, ਕੁਛ ਨਾ ਕੁਛ ਮਤਲਬ ਕਿਸੇ ਨਾ ਕਿਸੇ ਤਰੀਕਾ ਨਾਲ ਇਹ ਨਹੀਂ ਲੱਗਣਾ ਚਾਹੀਦਾ ਕਿ ਇਹ ਸਭ ਕੁਛ ਸਰਕਾਰ ਕਰ ਰਹੀ ਹੈ। ਇਹ ਲੱਗਣਾ ਚਾਹੀਦਾ ਕਿ ਸਮਾਜ ਆਪਣੇ ਆਪ ਹੋ ਰਿਹਾ, ਉਹਨੂੰ ਸੌਫਟਵੇਅਰ ਦੀ ਤਰ੍ਹਾਂ ਜਦੋਂ ਕੰਮ ਚੱਲੂਗਾ। ਸਾਡੀਆਂ ਗਰਾਊਂਡਸ ਖਾਲੀ ਪਈਆਂ ਇਸ ਟਾਈਮ ਜੇ ਦੇਖਿਆ ਜਾਵੇ। ਜੇ ਤੁਸੀਂ ਚਾਹੋ ਕਿ ਅਸੀਂ ਫੁੱਟਬਾਲ ਦੇ ਬੱਚੇ ਨੂੰ ਕਿਸੇ ਪਾਉਣਾ ਆ, ਤੁਸੀਂ ਭਾਈ ਹਾਕੀ ਨਾਲ ਜੁੜੇ ਆ, ਤੁਸੀਂ ਕੋਈ ਬੱਚਾ ਕੋਈ ਪੇਰੈਂਟਸ ਚਾਹੁੰਦਾ ਕਿ ਮੈਂ ਹਾਕੀ 'ਚ ਪਾਉਣਾ, ਉਹਨੂੰ ਗਰਾਊਂਡ ਨਹੀਂ ਲੱਭਦੀ ਅੱਜ ਦੀ ਡੇਟ ਦੇ ਵਿੱਚ ਕਿ ਅਸੀਂ ਬਣਾਉਣਾ ਚਾਹੁੰਦੇ ਆ। ਸਭ ਤੋਂ ਵੱਡੀ ਗੱਲ ਤਾਂ ਸਾਡੀਆਂ ਗਰਾਊਂਡਸ ਜਿਹੜਾ ਵੀ ਚਾਹਵੇ ਉਹ ਕਹਿੰਦੇ ਸਪੋਰਟਸ ਫੋਰ ਆਲ, ਜਿੱਦਾਂ ਭਾਈ ਨੇ ਕਿਹਾ ਨਾ ਸਪੋਰਟਸ ਫੋਰ ਆਲ, ਪਰ ਸਪੋਰਟਸ ਫੋਰ ਆਲ ਤਾਂ ਹੀ ਹੋਊਗੀ ਕਿ ਜੇ ਉਨੇ ਕੋਚਿਸ ਦੀ ਬਹੁਤ ਕਮੀ ਆ। ਹਰ ਇੰਨੇ ਪਲੇਅਰ ਆ ਪੁਰਾਣੇ, ਤੁਸੀਂ ਇਹ ਤਾਂ ਨਹੀਂ ਹੋਣਾ ਚਾਹੀਦਾ ਕਿ ਹਰ ਬੰਦਾ ਜਿਹੜਾ ਕੋਈ
ਲੈਮਲਾਈਟ 'ਚ ਆ ਜਾਵੇ, ਸਿਰਫ ਉਹਨੂੰ ਕੋਚ ਤੁਸੀਂ ਦੇ ਦਿਓ, ਤੇ ਉਹਨਾਂ ਦੇ ਟੈਲੈਂਟ ਨੂੰ ਦੇਖਣਾ ਚਾਹੀਦਾ ਕਿਹੜਾ ਬੱਚੇ ਵਧੀਆ ਕੱਢ ਰਿਹਾ। ਜੀ ਜੀ ਹਾਂਜੀ ਜੀ। ਸੋ ਦੋ ਪੁਆਇੰਟ ਮੈਂ ਤੁਹਾਡੇ ਦੋਵਾਂ ਕੋ ਪੁੱਛਾਂ ਕਿ ਕਿਵੇਂ ਤੁਸੀਂ ਸੁਝਾਅ ਦਿੰਦੇ ਹੋ ਕਿ ਕਿਵੇਂ ਜਿਹੜੀ ਪੰਜਾਬ ਦੀ ਖੇਡ ਪਾਲਿਸੀ ਹੈ, ਜਿਹੜੀ ਖੇਡ ਨੀਤੀ ਹੈ, ਉਹ ਸੁਧਾਰੀ ਜਾ ਸਕਦੀ ਹੈ, ਉਸ ਨੂੰ ਦਰੁਸਤ ਹਜੇ ਵੀ ਕੀਤਾ ਜਾ ਸਕਦਾ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਸਰਕਾਰ ਦਾ ਜਿਹੜੀ ਡਿਊਟੀ ਬਣਦੀ ਹੈ, ਸਰਕਾਰ ਤਾਂ ਆਪਣੀ ਡਿਊਟੀ ਕਰ ਰਹੀ ਆ, ਇਹ 'ਚ ਆਪਾਂ ਨਹੀਂ ਕਹਿ ਸਕਦੇ ਸਰਕਾਰ ਨਹੀਂ ਕਰ ਰਹੀ, ਲੇਕਿਨ ਜਿਸ ਤਰੀਕੇ ਨਾਲ ਹੁਣ ਜਿਹੜੀਆਂ ਪਾਲਿਸੀਆਂ ਦੀ ਉਹਨੂੰ ਇੰਪਲੀਮੈਂਟੇਸ਼ਨ ਕਰਨਾ ਹੈ ਨਾ, ਉਹ ਇੰਪਲੀਮੈਂਟੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਫਾਲਟ ਰਹਿ ਜਾਂਦਾ, ਕਮੀਆਂ ਰਹਿ ਜਾਂਦੀਆਂ, ਜਾਂ ਉਹ ਕੋਈ ਅਧਿਕਾਰੀ ਇੱਦਾਂ ਦਾ। ਪਹਿਲੀ ਗੱਲ ਤਾਂ ਸਭ ਤੋਂ ਪਹਿਲੀ ਇਹ ਚੀਜ਼ ਹੈਗੀ ਹੈ, ਪਾਲਿਸੀ ਸਰਕਾਰ ਨੇ ਬਣਾਤੀ, ਲਾਗੂ ਕਿਹਨੇ ਕਰਨਾ? ਲਾਗੂ ਕਰਨਾ ਡਾਇਰੈਕਟਰ ਸਪੋਰਟ ਨੇ। ਹੁਣ ਡਾਇਰੈਕਟਰ ਸਪੋਰਟ ਜਿਹੜਾ ਲਾਉਂਦੇ ਆ, ਉਹ ਜਿਹੜਾ ਉਹ IAS ਅਫਸਰ ਲੱਗਦਾ। ਉੱਥੇ ਕੋਈ ਸਪੋਰਟਸਮੈਨ ਲਾਓ ਤੁਸੀਂ, ਜਿਹੜੇ ਬੰਦੇ ਨੇ ਆਪ ਸਪੋਰਟਸ ਕੀਤੀ ਆ, ਉਹਨੂੰ ਪਤਾ ਕਿੱਦਾਂ ਪਾਲਿਸੀ ਬਣਾਉਣੀ ਆ। ਥੱਲੇ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ DSO ਦੀਆਂ ਪੋਸਟਾਂ ਅੱਧਿਆਂ 'ਚ ਖਾਲੀ, ਕਿੰਨੀਆਂ ਚਿਰ ਲੱਗੀਆਂ ਦੀਆਂ। ਉਸ ਤੋਂ ਇਲਾਵਾ ਥੱਲੇ ਕੋਚ ਹੀ ਭਰਦੇ ਹੈ, ਕੋਚਾਂ ਦੀਆਂ ਪੋਸਟਾਂ ਖਾਲੀ ਆ। ਜਿਹੜੇ ਲੱਗੇ ਕੋਚ ਆ, ਉਹਨੂੰ ਤਾਂ 10,000 ਰੁਪਏ ਤਨਖਾਹ ਮਿਲ ਰਹੀ ਆ। ਉਹ 10,000 ਦੇ ਵਿੱਚ ਕੀ ਕਰਾਊਗਾ, ਕੀ ਨਹੀਂ ਕਰਾਊਗਾ, ਉਹਦਾ ਮੁਲਾਂਕਣ ਵੀ ਨਹੀਂ ਕੀਤਾ ਜਾਂਦਾ ਨਾ। ਮਤਲਬ ਉਹ ਇਹ ਚੀਜ਼ਾਂ ਬੜੀਆਂ ਡਰਾਬੈਕ ਹੈਗੀਆਂ, ਜਿਹਨੂੰ ਦੂਰ ਕਰਨ ਦੀ, ਖਾਮੀਆਂ ਜਿਹੜੀਆਂ ਹੈਗੀਆਂ ਦੂਰ ਕਰਨ ਦੀ ਲੋੜ ਆ। ਪਾਲਿਸੀ ਬਣੀ ਆ, ਇਹ ਨਹੀਂ ਨੋ ਡਾਊਟ ਪਾਲਿਸੀ ਹੈ ਨਹੀਂ, ਪਾਲਿਸੀ ਬਣੀ ਆ, ਔਰ ਉਹਨੂੰ ਸਹੀ ਤਰੀਕੇ ਨਾਲ ਇੰਪਲੀਮੈਂਟੇਸ਼ਨ ਕਰਨ ਲਈ ਸਾਡੇ ਕੋਲ ਜਿਹੜੇ ਜਿੱਦਾਂ ਦੇ ਬ੍ਰੇਨ ਚਾਹੀਦੇ ਆ, ਉਦਾਂ ਦੇ ਬ੍ਰੇਨ ਹੈ ਨਹੀਂਗੇ। ਮੈਂ ਇਹਦੇ ਵਿੱਚ ਇੱਕ ਹੋਰ ਗੱਲ ਐਡ ਕਰਨੀ ਚਾਹਾਂਗਾ ਕਿ ਹੁਣ ਜਿੱਦਾਂ ਆਪਾਂ ਕੁੜੀਆਂ ਤੇ ਮੁੰਡਿਆਂ ਨੂੰ ਬਰਾਬਰ ਮੰਨ ਕੇ ਚੱਲਦੇ ਹਾਂ, ਪਰ ਦੇਖੋ ਤੁਸੀਂ ਪੰਜਾਬ ਦੇ ਵਿੱਚ ਜੇ ਮੈਂ ਇਕੱਲੀ ਐਥਲੈਟਿਕਸ ਨੂੰ ਲੈ ਲਵਾਂ ਤੇ ਇੱਕੋ ਇੱਕ ਪਟਿਆਲੇ ਵਿੰਗ PIS ਦਾ ਚੱਲ ਰਿਹਾ। ਉਸ ਤੋਂ ਇਲਾਵਾ ਮੰਨ ਲਓ ਤੁਸੀਂ ਕੁੜੀਆਂ ਦੇ ਜਦ ਸਾਡੇ ਕਿ ਬਹੁਤ ਟੈਲੈਂਟ ਆ, ਜਿੱਦਾਂ ਮਨਜੀਤ ਕੌਰ, ਰਾਜਵਿੰਦਰ ਕੌਰ ਵਰਗੀਆਂ ਕੁੜੀਆਂ ਜਿਹੜੀਆਂ ਓਲੰਪਿਕ ਦੇ ਵਿੱਚ ਬਹੁਤ ਏਸ਼ੀਅਨ ਗੇਮ ਦੇ ਵਿੱਚ ਨਾਮ। ਪਰ ਅੱਜ ਦੀ ਡੇਟ ਜੇ ਪਾਲਿਸੀ ਨੂੰ ਆਪਾਂ ਲਈਏ ਤਾਂ ਪਾਲਿਸੀ ਤੋਂ ਸਾਨੂੰ 5 ਤੋਂ 7 ਸਾਲ ਦੇ ਬੱਚੇ ਤੋਂ ਲੈ ਕੇ ਸ਼ੁਰੂ ਕਰ ਦੇਣਾ ਚਾਹੀਦਾ, ਸਾਡਾ ਟਾਰਗੇਟ ਹੋਣਾ ਚਾਹੀਦਾ। ਤੇ ਕੋਈ ਵੀ ਜਿਹੜਾ ਆ ਕਿ ਬੱਚੇ ਤੱਕ ਅਸੀਂ ਉਹੀ ਪਹਿਲੇ ਜਿੱਦਾਂ ਮੈਂ ਗੱਲ ਕਹੀ ਕਿ ਬੱਚੇ ਤੱਕ ਅਸੀਂ ਪਹੁੰਚਣਾ ਸਭ ਤੋਂ ਪਹਿਲੇ, ਜਿੱਦਾਂ DPPT ਆ ਸਕੂਲਾਂ ਦੇ, ਉਹ ਬੱਚੇ ਨੂੰ ਦੇਖਦੇ ਆ ਕਿ ਇਹ ਵਧੀਆ ਭੱਜ ਰਿਹਾ, ਦੌੜ ਰਿਹਾ, ਉਹਨਾਂ ਨੂੰ ਵੀ ਕੋਈ ਨਾ ਕੋਈ ਇਦਾਂ ਦੇ ਇਨਾਮ ਦੇਣੇ ਚਾਹੀਦੇ ਕਿ ਜੇ ਉਹ ਕਿਸੇ ਇਸ ਟੈਲੈਂਟ ਨੂੰ ਸਰਚ ਕਰਦੇ ਆ, ਇਨਾਮ ਸਿਰਫ ਤੇ ਸਿਰਫ ਐਂਡ ਤੇ ਜਾ ਕੇ ਦਿੱਤੇ ਜਾਂਦੇ ਜਿਹੜਾ ਇੰਡੀਅਨ ਟੀਮ ਦਰੋਣਾਚਾਰੀਆ ਵਾਲਾ ਉੱਥੇ ਮਿਲਦਾ ਜਾ। ਜਦ ਕਿ ਮੈਂ ਕਹਿੰਦਾ ਕਿ ਇੱਕ ਕੋਠੀ ਵੇਚਣ ਵਾਲਾ 2-3% ਲੈ ਕੇ ਪਰੇ ਚਲ ਜਾਂਦਾ, ਪਰ ਇੱਕ ਜਿਹੜਾ ਦੇਸ਼ ਦਾ ਗੌਰਵ ਕੱਢਦਾ, ਇੱਕ ਟੈਲੈਂਟ ਕੱਢਦਾ, ਜੇ ਮਨਜੀਤ ਕੌਰ ਕੱਢੀ ਹੋਊਗੀ, ਕਿਸੇ DPPT ਨੇ ਕੱਢੀ ਹੋਊ, ਜੇ ਤੁਸੀਂ ਉਹਨਾਂ ਨੂੰ ਵੀ ਸਾਹਮਣੇ ਲਿਆਵਾਂਗੇ ਨਾ, ਤੇ ਮੈਂ ਕਹਿੰਦਾ ਕਿ ਸਾਰਿਆਂ ਨੂੰ, ਮੈਂ ਪਹਿਲੇ ਹੀ ਕਿਹਾ ਕਿ ਸੌਫਟਵੇਅਰ ਵਾਂਗ ਆਪਣੇ ਆਪ ਕੰਮ ਹੋਵੇਗੀ, ਹਰੇਕ ਬੰਦੇ ਨੂੰ ਦਿਸਣ ਲੱਗ ਪਵੇ ਕਿ ਜੇ ਮੈਂ ਇਹਨੂੰ ਕੱਢੂੰਗਾ ਤੇ ਮੈਨੂੰ ਵੀ ਕੁਛ ਨਾ ਕੁਛ ਉਹਦੇ ਹਿਸਾਬ ਨਾਲ ਹਰ ਇੱਕ ਇਨਸਾਨ ਦਾ ਆਪਣਾ ਇੰਟਰਸਟ ਪੈਦਾ ਹੋ ਜਾਊਗਾ। ਬਿਲਕੁਲ ਜੀ। ਇੱਕ ਗੱਲ ਅਗਲਾ ਸਵਾਲ ਪੁੱਛ ਲਈਏ ਕਿ ਨੈਸ਼ਨਲ ਗੇਮਸ ਤੇ ਖੇਲੋ ਇੰਡੀਆ ਦੇ ਵਿੱਚ ਜੇਕਰ ਕੱਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪਰਫਾਰਮੈਂਸ ਕੁਝ ਖਾਸ ਨਹੀਂ ਰਹੀ, ਕੀ ਕਾਰਨ ਮੰਨਦੇ ਹੋ? ਕਿ ਸਾਡੀ ਜਿਹੜੀ ਯੂਥ ਆ, ਤੁਸੀਂ ਆਈਲੈਟ ਸੈਂਟਰ ਖੁੱਲ ਚੁੱਕੇ ਆ, ਹਰ ਚੀਜ਼, ਜਿੱਦਾਂ ਹੁਣ ਨਵੀਂ ਸਰਕਾਰ ਨੇ ਵੀ ਕਿਹਾ ਕਿ ਅਸੀਂ ਆਉਣ ਵਾਲੇ ਟਾਈਮ 'ਚ ਇੱਦਾਂ ਕਰਾਂਗੇ ਕਿ ਜਿਹੜੀ ਯੂਥ ਬਾਹਰ ਜਾ ਰਹੀ ਆ ਉਹਨੂੰ ਇੱਥੇ ਰੋਕਾਂਗੇ। ਤੁਸੀਂ ਦੇਖਿਆ ਯੂਨੀਵਰਸਿਟੀਜ਼ ਵੀ ਖਾਲੀ ਆ, ਕਿ ਸਾਰਿਆਂ ਦਾ ਇੱਕ ਤਾਂ ਰੁਝਾਨ ਹੀ ਉੱਧਰ ਹੋ ਰਿਹਾ। ਦੂਸਰੀ ਪਾਸੇ ਕਿ ਕਾਫੀ ਦੇਰ ਤੋਂ ਪੰਜਾਬ ਗਵਰਨਮੈਂਟ ਦੀ ਕੋਈ ਵੀ ਜੌਬ ਕਿਸੇ ਨੂੰ ਨਹੀਂ ਮਿਲੀ, ਜਦ ਕਿ ਸਾਡੇ ਏਸ਼ੀਅਨ ਗੇਮ ਤੱਕ ਮੈਡਲਿਸਟ ਆ ਗਏ ਆ। ਜਾਂ ਹੁਣ ਮੇਰੇ ਕੋਲ ਵੀ ਇੱਕ ਗੁਰਿੰਦਰ ਵੀਰ ਆ ਜਿਹੜਾ ਇੰਡੀਅਨ ਹਿਸਟਰੀ ਦਾ 2nd ਫਾਸਟੈਸਟ ਮੈਨ ਆ, ਪਰ ਉਹ ਅੱਜ ਵੀ ਇੱਦਾਂ ਹੀ ਜੌਬ ਤੋਂ ਬਗੈਰ ਬੈਠੇ। ਤੇ ਉਹਦੇ ਨਾਲ ਫਿਰ ਮਤਲਬ ਆਪਣਾ ਸੁਰੱਖਿਅਤ ਭਵਿੱਖ ਨਹੀਂ ਸਮਝ ਕੇ ਲੋਕ ਸਪੋਰਟਸ ਤੋਂ ਦੂਰ ਜਾ ਰਹੇ ਆ। ਇਕੱਲਾ ਕੈਸ਼ ਅਵਾਰਡ ਲੈਣਾ ਜਾਂ ਇਹ ਚੀਜ਼ਾਂ ਨਹੀਂ, ਉਹਨਾਂ ਦੇ ਜੀਵਨ ਨੂੰ ਸੁਰੱਖਿਅਤ ਰਹਿਣ ਲਈ ਉਹਨਾਂ ਨੂੰ ਜੌਬਸ ਜਾਂ ਭਾਵੇਂ ਉਹ ਐਜੂਕੇਸ਼ਨ 'ਚ ਹੋਣ, ਭਾਵੇਂ ਉਹ ਪੰਜਾਬ ਪੁਲਿਸ 'ਚ ਹੋਣ, ਕਿਤੇ ਵੀ, ਕਿਉਂਕਿ ਹਰੇਕ ਬੰਦਾ ਚਾਹੁੰਦਾ ਕਿ ਉਹਨਾਂ, ਹੁਣ ਜਿਹੜੇ ਸਾਡੇ ਵੀ ਬੱਚੇ ਗੇਮਸ ਕਰਦੇ ਆ, ਉਹ ਵੀ ਇੱਕ ਦੂਜੇ ਨੂੰ ਦੇਖਦੇ ਰਹਿੰਦੇ, ਅੱਜ ਯਾਰ ਮੇਰਾ ਰਾਜੂ ਵੀ ਚਲ ਗਿਆ, ਅੱਜ ਬਿੱਲੂ ਵੀ ਚਲ ਗਿਆ ਆਸਟ੍ਰੇਲੀਆ, ਅੱਜ ਪ੍ਰਿਤਪਾਲ ਵੀ ਚਲਾ ਗਿਆ, ਤੇ ਉਹ ਕੋਈ ਨਾ ਕੋਈ ਉਹਨਾਂ ਦੇ ਫਿਰ ਪ੍ਰਭਾਵ ਪੈਂਦਾ ਸਾਨੂੰ। ਮੈਂ ਜਿੱਦਾਂ ਪਹਿਲੇ ਕਿਹਾ ਕਿ ਜਿੱਦਾਂ ਰੋਨਾਲਡੋ ਆ ਜਾਂ ਕੁਛ ਆ, ਉਹਨਾਂ ਨੂੰ ਕਿਉਂ ਇੰਨਾ ਉਹਨਾਂ ਨੇ ਫੇਮਸ ਕੀਤਾ, ਕਿਉਂ ਉਹਨਾਂ ਕੋਲ ਇੰਨਾ ਪੈਸਾ, ਕਿਉਂਕਿ ਉਹਨਾਂ ਨੂੰ ਦੇਖ ਕੇ ਥੱਲੇ ਬੱਚੇ ਆਪਣੇ ਆਪ ਹੀ ਖੇਡਣ ਲੱਗ ਪੈਣ। ਮੈਂ ਤਾਂ ਬਾਰ-ਬਾਰ ਇਹ ਕਹਿੰਦਾ ਕਿ ਕੋਈ ਇੱਦਾਂ ਦੀ ਚੀਜ਼ ਹੋਣੀ ਚਾਹੀਦੀ ਕਿ ਉਹਨੂੰ ਦੇਖ ਕੇ ਬੱਚੇ ਆਪਣੇ ਆਪ ਖੇਡਣ। ਜਦੋਂ ਭੁੱਲਰ ਸਾਹਿਬ ਦਾ ਟਾਈਮ ਸੀ, RS ਗੇਲ ਦਾ ਟਾਈਮ ਸੀ, ਇਹ ਸੀ ਕਿ ਗਰਾਊਂਡਾਂ ਤੋਂ ਸਾਡੇ ਯੂਨੀਵਰਸਿਟੀ 'ਚੋਂ ਬੱਚੇ ਫੜ ਕੇ ਲੈ ਜਾਂਦੇ ਸੀ ਭਰਤੀ ਕਰਨ, ਤੇ ਉਹ ਲਾਈਨਾਂ ਲੱਗ ਜਾਂਦੀਆਂ ਸੀ ਸਪੋਰਟਸਮੈਨਾਂ ਦੀਆਂ। ਜਦੋਂ ਖੇਲੋ ਇੰਡੀਆ ਦੀ ਗੱਲ ਕਰਦੇ ਆ, ਖੇਲੋ ਇੰਡੀਆ ਦੇ ਵਿੱਚ ਹੁਣ ਸਾਡੇ 10ਵਾਂ ਰੈਂਕ ਆ। ਪਿਛਲੇ ਕਈ ਸਾਲਾਂ ਤੋਂ ਦੇਖੋ ਤੁਸੀਂ, ਇਹ 10ਵਾਂ ਰੈਂਕ ਹੀ ਆ, ਕਿਸੇ ਨੇ ਇਹਨੂੰ ਵੈਲਿਊਏਟ ਹੀ ਨਹੀਂ ਕੀਤਾ। ਸਾਡੀ ਪਰਫਾਰਮੈਂਸ ਡਾਊਨ ਕਿਉਂ ਆਈ ਆ? ਉਹਦਾ ਕਾਰਨ ਕੀ ਆ ਵੀ ਅਸੀਂ ਨਾ ਤਾਂ ਐਸੋਸੀਏਸ਼ਨ ਨਾਲ ਜਿੱਥੋਂ ਪਲੇਅਰ ਪੈਦਾ ਹੋਣੇ ਆ, ਨਾ ਹੀ ਉਹਨਾਂ ਨੂੰ ਨਾਲ ਰਲਾਉਣੇ, ਅਸੀਂ ਨਾ ਹੀ ਸਕੂਲ ਵਾਲਿਆਂ ਨਾਲ ਕਰਦੇ ਆ। ਸਿਰਫ ਉੱਥੋਂ ਲੈਟਰ ਆਉਂਦੀ ਆ ਕਿ ਸਪੋਰਟ ਡਿਪਾਰਟਮੈਂਟ ਦੇ ਡਾਇਰੈਕਟਰ ਕੋਲ ਆ ਜਾਂਦੀ ਆ, ਉਹ ਇੱਕ ਨੋਡਲ ਅਫਸਰ ਨਿਯੁਕਤ ਕਰ ਦਿੰਦਾ, ਉਹ ਇੱਕ ਕਿਸਮ ਦਾ ਡਾਕੀਆ ਹੋ ਜਾਂਦਾ, ਪੋਸਟਮੈਨ ਹੋ ਜਾਂਦਾ। ਉੱਥੋਂ ਚਿੱਠੀ ਆਉਣੀ, ਉਹਨੇ ਅੱਗੇ ਪਾ ਲੈਣੀ, ਉਹਨੇ ਇੱਧਰ ਪਾ ਲੈਣੀ, ਉੱਧਰ ਪਾ ਲੈਣੀ। ਨਾ ਇਹਨਾਂ ਦੇ ਕੈਂਪ ਲੱਗਦੇ ਆ, ਨਾ ਇਹਨਾਂ ਦਾ ਕੋਈ ਤਾਲ ਮਿਲਦਾ, ਨਾ ਹੀ ਕੋਈ ਗ੍ਰਾਂਟ ਜਾਰੀ ਕਰਦੇ ਆ। ਕਈ ਵਾਰ ਇੱਥੋਂ ਤੱਕ ਈਵਨ ਬੱਚੇ ਕਿਰਾਇਆ ਲਾ ਕੇ ਵੀ ਆਪ ਜਾਂਦੇ ਆ
ਕਿਰਾਇਆ ਲਾ ਕੇ ਵੀ ਆਪ ਜਾਂਦੇ ਆ। ਨੈਸ਼ਨਲ ਗੇਮਸ ਤੋਂ ਪਹਿਲੇ ਇਹਨਾਂ ਦੇ ਸਾਡੇ ਬਲਾਕ ਟੂਰਨਾਮੈਂਟ ਚੱਲ ਰਹੇ ਸੀ ਜੀ, ਜੀ। ਤੇ ਸਾਡੇ ਟੌਪ ਐਥਲੀਟ ਸੀ ਜਿਨ੍ਹਾਂ ਨੇ ਨੈਸ਼ਨਲ ਗੇਮਸ 'ਚ ਮੈਡਲ ਲਏ ਵੀ ਹੈ ਤੇ ਲੈਣੇ ਵੀ ਸੀ। ਬਿਲਕੁਲ। ਅਸੀਂ ਕਿਹਾ ਕਿ ਕਮ ਸੇ ਕਮ ਉਹਨਾਂ ਨੂੰ ਤੁਸੀਂ ਛੱਡ ਦਿਓ ਕਿ ਜਿਨ੍ਹਾਂ ਦੇ ਬੱਚੇ ਇਸ ਲੈਵਲ ਤੇ ਉਹਨਾਂ ਨੂੰ ਕੈਂਪ ਦੇ ਦਿਓ, ਕੁਝ ਦੇ ਦਿਓ। ਉਹ ਕਹਿੰਦੇ ਨਹੀਂ ਵੀ ਉਹ ਜ਼ਰੂਰੀ ਆ ਕਿ ਤੁਸੀਂ ਪਹਿਲੇ ਪਿੰਡਾਂ 'ਚ ਜਾ ਕੇ ਬਲਾਕ ਕਰਾਉਣ। ਠੀਕ ਆ, ਉਹ ਵੀ ਬਹੁਤ ਜ਼ਰੂਰੀ ਆ, ਸਾਨੂੰ ਚਾਹੀਦਾ ਆ। ਪਰ ਜਦੋਂ ਅਸੀਂ ਕਿਸੇ ਕੰਟਰੀ 'ਚ ਜਾ ਕੇ ਇਹ ਵੀ ਤਾਂ ਦੇਖਣਾ ਹੈ ਕਿ ਸਾਡੇ ਪੰਜਾਬ ਦਾ ਕੀ ਸਥਾਨ ਆ, ਅਸੀਂ ਆਪਣੇ ਪੰਜਾਬ ਦੇ ਸਥਾਨ ਨੂੰ ਵੀ ਲੜਨਾ, ਦੇਸ਼ ਦਾ ਸਥਾਨ ਵੀ ਆ। ਮਤਲਬ ਐਥਲੈਟਿਕਸ ਸਾਡੀ ਬਹੁਤ ਵਧੀਆ ਚੱਲ ਰਹੀ ਹੈ ਇਸ ਟਾਈਮ ਵਰਲਡ ਲੈਵਲ ਦੇ ਉੱਤੇ। ਪਰ ਇਹਦਾ ਅਫਸੋਸ ਹੁੰਦਾ ਕਈ ਵਾਰੀ, ਮਤਲਬ ਦੁੱਖ ਹੁੰਦਾ ਸਰਕਾਰਾਂ ਕਰਦੀਆਂ। ਅਸੀਂ ਚਾਹੁੰਦੇ ਕਿ ਮਿਲ ਕੇ ਗੱਲ ਕਰਨ ਕਿ ਇੰਡੀਆ ਦਾ ਸਥਾਨ ਤਾਂ ਉੱਤੇ ਆ ਰਿਹਾ, ਪਰ ਸਾਡੇ ਪੰਜਾਬ ਦਾ ਉਹਦੇ ਵਿੱਚ ਕੀ ਸਥਾਨ ਆ। ਜਦੋਂ ਇੰਡੀਆ ਦੀ ਪਰਫਾਰਮੈਂਸ ਆ ਨਾ, ਉਹਦੇ JSW ਵਧੀਆ ਕਰ ਰਿਹਾ, ਬੈਂਗਲੌਰ ਦੇ ਵਿੱਚ ਰਿਲਾਇੰਸ ਕਰ ਰਿਹਾ, ਉੜੀਸਾ ਦੇ ਵਿੱਚ ਉੜੀਸਾ ਦਾ ਚੀਫ ਮਿਨਿਸਟਰ ਬਹੁਤ ਕਰ ਰਿਹਾ। ਤੇ ਹੁਣ ਇਹ ਵੀ ਸਰਕਾਰ ਹੁਣ ਕੋਸ਼ਿਸ਼ ਕੀਤੀ, ਦੇਖੋ ਸਿੰਥੈਟਿਕ ਟਰੈਕ ਨੂੰ ਜੇ ਲਈਏ, ਆਪਣਾ ਗਰਾਊਂਡਸ ਨੂੰ ਲਈਏ ਤੇ ਪੂਰੇ ਦੁਆਬੇ 'ਚ ਇੱਕੋ ਹੀ ਸਿੰਥੈਟਿਕ ਟਰੈਕ ਆ, ਉਹ ਵੀ ਬੜੀ ਜਹਿਦ ਦੇ ਨਾਲ ਬਣਿਆ। ਇਨਫਰਾਸਟ੍ਰਕਚਰ ਜਿਹੜਾ ਨਾ ਉਹ ਵੀ ਬਹੁਤ ਜ਼ਰੂਰੀ ਹੈ। ਇੰਡੋਰ ਸਟੇਡੀਅਮ ਨਹੀਂ ਗਾ, ਜ਼ਿਆਦਾ ਠੰਡ ਹੋ ਜਾਂਦੀ ਤੁਸੀਂ ਟ੍ਰੇਨਿੰਗ ਨਹੀਂ ਕਰ ਸਕਦੇ, ਜ਼ਿਆਦਾ ਗਰਮੀ ਹੋ ਜਾਂਦੀ ਤੁਸੀਂ ਟ੍ਰੇਨਿੰਗ ਨਹੀਂ ਕਰ ਸਕਦੇ। ਕਮ ਸੇ ਕਮ ਜਿਹੜੇ ਟੌਪ ਐਥਲੀਟਸ ਲਈ ਆ ਇਦਾਂ ਦੇ ਸੈਂਟਰ ਚਾਹੀਦੇ ਆ, ਬਹੁਤ ਜ਼ਿਆਦਾ ਜ਼ਰੂਰੀ ਚਾਹੀਦੇ ਜੀ। ਪਹਿਲੀ ਗੱਲ ਤਾਂ ਸਾਰੇ ਜਿਹੜੇ ਅਦਾਰੇ ਨੇ ਉਹਨਾਂ ਵਿਚਕਾਰ ਚੰਗਾ ਤਾਲਮੇਲ ਹੋਣਾ ਚਾਹੀਦਾ। ਸਭ ਤੋਂ ਵੱਡੀ ਗੱਲ ਆ। ਦੂਜੀ ਗੱਲ ਜਿਹੜੀ ਫੈਸਿਲਿਟੀਆਂ ਨੇ ਉਹ ਖਿਡਾਰੀਆਂ ਨੂੰ ਮਿਲਣੀਆਂ ਚਾਹੀਦੀਆਂ। ਅਗਲਾ ਸਵਾਲ ਸਾਬੀ ਜੀ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਸਰਕਾਰਾਂ ਬਦਲ ਜਾਂਦੀਆਂ ਨੇ ਤੇ ਖੇਡ ਨੀਤੀ ਦੇ ਵਿੱਚ ਬਦਲਾਵ ਆ ਜਾਂਦਾ ਹੈ ਜੀ, ਕਿਵੇਂ ਇੱਕ ਬਦਲਾਵ ਆਉਂਦਾ ਹੈ ਤੇ ਕੀ ਜਿਹੜੀ ਨਵੀਂ ਸਰਕਾਰ ਹੈ ਉਸ ਤੋਂ ਵਧੀਆ ਖੇਡ ਨੀਤੀ ਲੈ ਕੇ ਆਂਦੀ ਹੈ ਜਾਂ ਉਹਨੂੰ ਹੀ ਬਸ ਨਵਾਂ ਨਾਮ ਦੇ ਕੇ ਤੇ ਚਲਾਇਆ ਜਾਂਦਾ ਹੈ? ਦੇਖੋ ਸਰਕਾਰਾਂ ਦਾ ਮਕਸਦ ਤਾਂ ਇਹੀ ਹੁੰਦਾ ਵੀ ਕਿਸੇ ਤਰੀਕੇ ਦੇ ਨਾਲ ਅਸੀਂ ਪਬਲਿਕ ਦੇ ਵਿੱਚ ਇਹ ਸ਼ੋਅ ਕਰੀਏ ਭਾਈ ਖੇਡਾਂ ਵਾਸਤੇ ਬਹੁਤ ਕੁਝ ਕਰ ਰਹੇ ਹਾਂ। ਤਾਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਗਿਆ ਵੀ ਸਰਕਾਰਾਂ ਕੈਸ਼ ਪ੍ਰਾਈਜ਼ ਵੀ ਉਦੋਂ ਹੀ ਦਿੰਦੀਆਂ ਪਰ ਜਦੋਂ ਚੋਣਾਂ ਲਾਗੇ ਆਉਣ ਵਾਲੀਆਂ ਹੁੰਦੀਆਂ। ਤਾਂ ਉਹ ਕਿਹੜੇ ਬਲਾਕ ਨੂੰ ਟਾਰਗੇਟ ਕਰਨਾ ਵੀ ਇਹਨਾਂ ਨੇ, ਮੈਂ ਪਿਛਲੀ ਸਰਕਾਰ ਦਾ ਤੁਹਾਨੂੰ ਦੱਸ ਦਿੰਦਾ, ਇਹਨਾਂ ਨੇ ਕੀ ਕੀਤਾ, ਇਹਨਾਂ ਜਦੋਂ ਇਲੈਕਸ਼ਨ ਆਉਣੀ ਸੀ ਨਾ ਉਹ ਤੋਂ ਇਹਨਾਂ ਨੇ ਬਲਾਕ ਵਾਈਜ਼ ਜਿਹੜੇ ਬਲਾਕ ਵੰਡ ਦਿੱਤੇ, ਪੰਜਾਬ ਦੇ ਬਲਾਕ ਵੰਡ ਦਿੱਤੇ। ਆਹ ਮੰਤਰੀ ਦੇ ਇਲਾਕੇ 'ਚ ਇੰਨੇ ਪਲੇਅਰਾਂ ਨੂੰ ਸਨਮਾਨਿਤ ਕਰਨਾ, ਐਸਮਨ ਤੇ ਉਹਨਾਂ ਨੂੰ ਸਨਮਾਨਿਤ ਕਰਨਾ, ਉੱਥੇ ਜਿਮ ਦੇਣੇ ਆ, ਉੱਥੇ ਕਿੱਟਾਂ ਦੇਣੀਆਂ। ਉਹ ਇਹਨਾਂ ਦਾ ਮਕਸਦ ਉਹ ਚੀਜ਼ ਨੂੰ ਲੈ ਕੇ ਹੁੰਦਾ। ਆਪਣੇ ਕਿਤੇ ਨਾ ਕਿਤੇ ਜਿਹੜੇ ਸਾਡੇ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਖੇਡ ਮੰਤਰੀ ਪੰਜਾਬ ਦਾ ਉਹ ਖਿਡਾਰੀ ਹੋਣਾ ਚਾਹੀਦਾ ਪਹਿਲੀ ਗੱਲ। ਪਰ ਜਿਹੜੇ ਖੇਡ ਮੰਤਰੀ ਖਿਡਾਰੀ ਬਣੇ ਵੀ ਆ ਉਹ ਖਿਡਾਰੀ ਬਣਾ ਛੱਡ ਕੇ ਉਹ ਰਾਜਨੇਤਾ ਬਣ ਗਏ ਜੀ। ਉਹਨਾਂ ਦਾ ਮਕਸਦ ਉਹ ਵੋਟ ਬੈਂਕ ਹੋ ਗਿਆ। ਤਾਂ ਕਿਤੇ ਨਾ ਕਿਤੇ ਇਹ ਗੱਲਾਂ 'ਚ ਵਰੀ ਕਰਦੀਆਂ ਵੀ ਜਿਹੜੀ ਆ ਉਹ ਸਾਡੀ ਸੋਚ ਕਿੱਦਾਂ ਦੀ ਹੋਣੀ ਚਾਹੀਦੀ, ਕਿਸ ਤਰੀਕੇ ਨਾਲ ਆਪਾਂ ਜਿਹੜਾ ਸਮਾਨ ਵੀ ਵੰਡਿਆ ਜਾਂਦਾ ਨਾ ਉਹਦੀ ਜਦੋਂ ਉਹਨਾਂ ਦੇ ਭਰਦੇ ਆ ਉਹਦੇ ਲਈ ਰੇਟ ਭਰਦੇ ਆ, ਜੋ ਵੀ ਭਰਦੇ ਆ ਉਹ ਘੱਟ ਤੋਂ ਘੱਟ ਰੇਟ ਵਾਲਾ ਖਰੀਦਿਆ ਜਾਂਦਾ ਆ, ਹਨਾ। ਹੁਣ ਜੇ ਸਮਝ ਲਓ ਹਾਕੀ ਆ, ਹੁਣ ਜੇ ਵਧੀਆ ਸਪੋਰਟਸਮੈਨ ਨੂੰ ਹਾਕੀ ਚਾਹੀਦੀ ਹੈ 5000 ਵਾਲੀ ਤੇ ਇੱਕ ਨੇ 300 ਭਰਿਆ ਤੇ 300 ਵਾਲੀਆਂ ਹਾਕੀਆਂ ਦੇ ਕੇ ਉਹ ਤਾਂ ਅਸੀਂ ਸਮਾਂ ਹੀ ਖਰਾਬ ਕੀਤਾ ਨਾ। ਰੈਕਟ ਇਦਾਂ ਦੇ ਦੇਤੇ ਤੁਸੀਂ, ਰੈਕਟ ਜਾਂ ਸ਼ਟਲਕੌਕ ਇਦਾਂ ਦੀਆਂ। ਮਤਲਬ ਉਹ ਸਿਰਫ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਵੋਟਾਂ ਲਈ ਜਾਂ ਇਹ ਕਿ ਹਾਂ ਸਮਾਨ ਬੱਚਿਆਂ ਨੂੰ ਮਿਲ ਜਾਵੇ, ਕਿਸੇ ਨੂੰ ਕ੍ਰਿਕਟ ਬੈਟ ਮਿਲ ਜਾਵੇ, ਖੁਸ਼ ਹੋਏ। ਇਹ ਸਾਨੂੰ ਜ਼ਰੂਰਤ ਦੇਖਣੀ ਚਾਹੀਦੀ ਆ। ਹੁਣ ਜਿੱਦਾਂ ਵਿੰਗਾਂ ਦੇ ਵਿੱਚ ਵੀ ਆ, ਵਿੰਗਾਂ ਦੇ ਵਿੱਚ ਉਸੇ ਵਿੰਗ ਦੇ ਵਿੱਚ 200 ਰੁਪਏ ਡਾਈਟ ਦਿੱਤੀ ਜਾਂਦੀ, ਉਹੀ 5th ਕਲਾਸ ਵਾਲੇ ਬੱਚੇ ਨੂੰ 200 ਮਿਲਦੀ। ਤੇ ਜਿਹੜਾ ਇੱਕ ਸਾਡਾ ਏਸ਼ੀਆ ਦਾ ਕੁਆਲੀਫਾਈ ਦੇ ਕੋਲ ਆ ਜਾਂ ਏਸ਼ੀਆ ਦੀ ਰੈਂਕਿੰਗ 'ਚ ਆ ਉਹਨੂੰ ਵੀ 200 ਰੁਪਏ ਟੇਬਲ ਟੈਨਿਸ ਵਾਲੇ ਬੈਡਮਿੰਟਨ ਵਾਲੀ ਦੀ ਡਾਈਟ ਵੀ ਉਹੀ ਆ, ਥਰੋਅਰ ਦੀ ਵੀ ਉਹੀ ਆ ਤੇ ਕੁਸ਼ਤੀ ਵਾਲੇ ਦੀ ਵੀ ਉਹੀ ਆ, ਰੇਸਰ ਦੀ ਵੀ। ਇਹ ਚੀਜ਼ਾਂ ਫਰਕ ਹੋਣੀਆਂ ਚਾਹੀਦੀਆਂ, ਇਹਨੂੰ ਬਾਈਫਰਕੇਟ ਕਰਨਾ ਚਾਹੀਦਾ ਜੀ। ਸਰਬਜੀਤ ਸਿੰਘ ਜੀ ਅਗਲਾ ਸਵਾਲ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਜਿਵੇਂ ਅੱਜ ਕੱਲ੍ਹ ਮਾਡਰਨ ਜ਼ਮਾਨਾ ਹੈ, ਦੁਨੀਆ ਭਰ ਦੇ ਅਲੱਗ-ਅਲੱਗ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਖੇਡ ਦੇ ਵਿੱਚ ਨਾ ਹੁਣ ਟੈਕਨੋਲੋਜੀ ਐਡ ਹੋ ਚੁੱਕੀ ਹੈ। ਤੁਸੀਂ ਕੁਝ ਵੀ ਖੇਡ ਰਹੇ ਹੋ, ਕੁਝ ਵੀ ਕਰ ਰਹੇ ਹੋ, ਨਾਲੋਂ ਨਾਲ ਮਸ਼ੀਨ ਜਵਾਬ ਦੇ ਦਿੰਦੀ ਹੈ ਕਿ ਬਈ ਇੱਥੇ ਤੁਸੀਂ ਇਹ ਚੀਜ਼ ਕਰੋ, ਸੁਧਾਰ ਹੋ ਜਾਏਗਾ, ਤੁਸੀਂ ਇਨਾਮ ਲੈ ਸਕਦੇ ਹੋ ਤੇ ਬੱਚੇ ਦੀ ਜਿਹੜੀ ਖਿਡਾਰੀ ਦੀ ਪਰਫਾਰਮੈਂਸ ਵੀ ਵੱਧ ਰਹੀ ਹੈ। ਕਿ ਪੰਜਾਬ ਦੀਆਂ ਖੇਡਾਂ ਦੀ ਗੱਲ ਕਰੀਏ, ਪੰਜਾਬ ਦੀ ਜਿਹੜੀ ਖੇਡ ਪਾਲਿਸੀ ਦੀ ਗੱਲ ਕਰੀਏ, ਉਹਦੇ 'ਚ ਟੈਕਨੋਲੋਜੀ ਐਡ ਆਨ ਹੋਈ ਹੈ ਜਾਂ ਤੁਹਾਨੂੰ ਲੱਗਦਾ ਕਿ ਐਡ ਹੋਣੀ ਚਾਹੀਦੀ ਹੈ? ਟੈਕਨੋਲੋਜੀ ਦਾ ਤਾਂ ਅੱਜ ਦੀ ਡੇਟ 'ਚ ਬਹੁਤ ਵੱਡਾ ਰੋਲ ਆ। ਮੈਂ ਇੱਕ ਛੋਟੀ ਜਿਹੀ ਗੱਲ ਦੱਸਣਾ ਚਾਹੁੰਦਾ ਕਿ ਸਾਡੇ ਡਾਇਰੈਕਟਰ ਸਾਹਿਬ ਸੀ ਪਿੱਛੇ, ਖਰਬੰਦਾ ਸਾਹਿਬ, ਉਹਨਾਂ ਨੇ ਸਾਰੇ ਆਪਣੇ ਕੋਚਿਸ ਨੂੰ ਬੁਲਾਇਆ। ਉਹਨਾਂ ਨੇ ਪੁੱਛਿਆ ਕਿ ਦੱਸੋ ਤੁਹਾਡੇ 'ਚੋਂ ਕੋਈ ਓਲੰਪਿਕ 'ਚੋਂ ਮੈਡਲ ਲੈ ਸਕਦਾ? ਠੀਕ ਆ, ਉਹ ਕਿਸੇ ਨੇ ਹੱਥ ਨਹੀਂ ਖੜਾ ਕੀਤਾ। ਮੈਂ ਕਿਹਾ ਇਹ ਤਾਂ ਫਿਰ ਚੈਲੰਜ ਹੋ ਗਿਆ ਨਾ ਆਪਣੇ ਲਈ, ਤੇ ਚੈਲੰਜ ਹੋ ਗਿਆ ਤਾਂ ਮੈਂ ਹੱਥ ਖੜਾ ਕਰ ਦਿੱਤਾ। ਮੈਂ ਕਿਹਾ ਜੀ ਮੈਂ ਲੈ ਸਕਦਾ, ਨਾਲ ਮੈਂ ਵਿਕਰਮ ਨੂੰ ਕਿਹਾ ਤੁਸੀਂ ਕਰੋ। ਉਹਨਾਂ ਨੇ ਸਾਨੂੰ ਚੰਡੀਗੜ੍ਹ ਆਫਿਸ 'ਚ ਬੁਲਾ ਲਿਆ, ਕਹਿੰਦੇ ਵੀ ਦੱਸੋ ਤੁਸੀਂ ਕਿੱਦਾਂ ਲੈ ਕੇ ਦੋਗੇ। ਤੇ ਮੈਂ ਕਿਹਾ ਜੀ ਉਹ 4-5 ਸਾਲ 7 ਸਾਲ ਆਪਾਂ ਨੂੰ ਉਸ ਪਾਲਿਸੀ ਤੇ ਚੱਲਣਾ ਪਊਗਾ। ਫਿਰ ਉਹ ਕਹਿੰਦੇ ਨਹੀਂ ਐਸੇ ਓਲੰਪਿਕ 'ਚ ਲੈਣਾ 20 ਵਾਲੀ 'ਚੋਂ, ਹੈ ਨਾ। ਉਹ ਮੈਂ ਕਿਹਾ ਜੀ ਫਿਰ ਮੈਂ ਵੀ
ਕਿਉਂਕਿ ਦੱਸਣਾ ਪੈਣਾ ਸੀ ਕਿ ਕੀ ਚਾਹੀਦਾ। ਮੈਂ ਕਿਹਾ ਜੀ ਐਸੇ 20 ਚੋਂ ਲੈ ਕੇ ਦਊਂਗਾ, ਪਰ ਤੁਸੀਂ ਜੋ ਮੈਂ ਕਹੂੰਗਾ ਕਰੋਗੇ। ਕਹਿੰਦੇ ਮੈਂ ਤੇਰੀ ਤਨਖਾਹ ਕੱਟ ਲੂੰਗਾ ਜੇ ਨਾ ਆਇਆ। ਮੈਂ ਕਿਹਾ ਜੀ ਠੀਕ ਆ, ਹਨਾ। ਉਹਦੇ ਵਿੱਚ ਫਿਰ ਜਦੋਂ ਮੈਂ ਬਣਾ ਕੇ ਲੈ ਕੇ ਗਿਆ, ਮੈਂ ਕਿਹਾ ਜੀ ਮੈਨੂੰ ਕਹਿੰਦੇ 골ਡ ਮੈਡਲ ਹੀ ਚਾਹੀਦਾ। ਮੈਂ ਕਿਹਾ ਇੱਕ ਮੈਨੂੰ ਬਾਇਓਮੈਕੈਨਿਕਸ ਚਾਹੀਦਾ ਜਿਹਨੇ ਓਲੰਪਿਕ 골ਡ ਮੈਡਲਿਸਟ ਨਾਲ ਕੰਮ ਕੀਤਾ ਹੋਵੇ, ਮੈਨੂੰ ਇੱਕ ਫਿਜ਼ੀਓਥੈਰੇਪਿਸਟ ਚਾਹੀਦਾ ਜਿਹਨੇ ਓਲੰਪਿਕ 골ਡ ਮੈਡਲਿਸਟ ਨਾਲ ਕੰਮ ਕੀਤਾ ਹੋਵੇ, ਇਦਾਂ ਹੀ ਮੈਂ ਸਾਇੰਟਿਸਟ ਚਾਹੀਦਾ ਇੱਕ, ਜਿਹਨੇ ਇੱਕ ਡਾਕਟਰ ਚਾਹੀਦਾ ਜਿਹਨੇ ਓਲੰਪਿਕ 골ਡ ਮੈਡਲਿਸਟ ਨਾਲ ਕੰਮ ਕੀਤਾ ਹੋਵੇ। ਤੇ ਉਹਦੇ ਨਾਲ ਮੈਂ ਕਈ ਉਹਨਾਂ ਦੇ ਪੱਖ ਗਿਣਾ ਦਿੱਤੇ। ਉਸ ਤੋਂ ਬਾਅਦ ਮੈਂ ਕਿਹਾ ਮੈਨੂੰ ਉਹ ਸੈਂਟਰ ਚਾਹੀਦਾ ਜਿੱਦਾਂ ਹੁਣ ਇੱਥੇ ਪੋਲੂਟਿਡ ਏਰੀਆ ਆ ਜਾਂ ਹੋਰ ਆ, ਜਿੱਥੇ ਸਪਾਲਾ ਆ ਜਾਂ ਸਾਊਥ ਅਫਰੀਕਾ ਜਿਹੜੇ ਟੌਪ ਸੈਂਟਰ ਆ ਜਿੱਥੇ ਕੰਮ ਕਰਦੇ। ਉਹ ਕਹਿੰਦੇ ਜੀ ਤੁਹਾਨੂੰ ਅਸੀਂ ਦਿੱਲੀ ਭੇਜ ਦਿੰਨੇ। ਮੈਂ ਕਿਹਾ ਦਿੱਲੀ ਵਾਲੇ ਤਾਂ ਸਾਡੇ ਤੋਂ ਪਹਿਲੇ ਪਿੱਛੇ ਆ। ਹੁਣ ਮਤਲਬ ਕਹਿਣ ਦਾ ਮਤਲਬ ਆ ਕਿ ਇੱਦਾਂ ਦੇ ਡਿਵਾਈਸ ਆ, ਇੱਦਾਂ ਦੀਆਂ ਟੈਕਨੀਕਸ ਆ। ਹੁਣ ਤੁਸੀਂ ਦੇਖੋ, ਤੁਸੀਂ ਬਲੱਡ ਲੈ ਕੇ ਬੱਚੇ ਦਾ ਦੱਸ ਦਿਓ, ਉਹ ਤੁਹਾਨੂੰ ਤੁਸੀਂ ਦੱਸ ਦੋਗੇ ਕਿ ਵਾਈਟ ਸੈੱਲ ਜ਼ਿਆਦਾ ਫਾਸਟ ਵਿੱਚ ਸੈੱਲ ਆ ਜ਼ਿਆਦਾ ਕਿ ਸਲੋ ਟਵਿਚ ਆ। ਹੁਣ ਮੇਰੇ ਕੋਲ ਇੱਕ ਬੱਚਾ ਸੀ ਨਾ, ਉਹ ਮੇਰੇ ਕੋਲ ਐਥਲੈਟਿਕਸ ਕਰਦਾ ਸੀ, ਉਹ ਸਾਡੀ ਇੰਟਰ ਕਾਲਜ ਦੀ ਟੀਮ 'ਚ ਵੀ ਨਹੀਂ ਆਉਂਦਾ ਸੀ। ਤੇ ਉਹ ਕਿਤੇ ਕਾਲਜ ਦੇ ਵਿੱਚ ਉਹਨਾਂ ਨੇ ਕਿਹਾ ਲੰਬੇ ਬੰਦੇ ਚਾਹੀਦੇ ਵਾਟਰ ਸਪੋਰਟਸ ਲਈ, ਤੇ ਉਹ ਵਾਟਰ ਸਪੋਰਟਸ ਲਈ ਉਹ 1 ਸਾਲ ਦੇ ਵਿੱਚ ਇੱਧਰ ਕੰਡੀਸ਼ਨਿੰਗ ਹੋਈ ਸੀ, ਉਹ ਏਸ਼ੀਆ ਮੈਡਲ ਲੈ ਗਿਆ। ਮਤਲਬ ਜਿਹੜਾ ਸਾਇੰਸ ਦਾ ਰੋਲ ਆ ਨਾ, ਸਾਇੰਸ ਦਾ ਰੋਲ ਬਹੁਤ ਵੱਡਾ ਅੱਜ ਦੀ ਡੇਟ ਦੇ ਵਿੱਚ। ਅਸੀਂ ਓਵਰ ਟ੍ਰੇਨਿੰਗ ਕਰਕੇ ਕਈ ਵਾਰੀ ਬਰਨ ਕਰ ਦਿੰਦੇ ਬੱਚੇ ਨੂੰ। ਉਹ ਤੁਹਾਨੂੰ ਦੱਸ ਦੂਗਾ ਕਿ ਤੁਹਾਡੀ ਟ੍ਰੇਨਿੰਗ ਦੇ ਵਿੱਚ ਤੁਹਾਡਾ ਕਿੰਨਾ ਲੈਕਟਿਕ ਐਸਿਡ ਬਣਿਆ, ਤੁਹਾਨੂੰ ਕੀ ਚੀਜ਼ਾਂ। ਮਤਲਬ ਸਾਇੰਸ ਦੀ ਤਾਂ ਜੇ ਅਸੀਂ ਖੋਲ ਲਈਏ ਉਹਦੇ ਤੇ ਭਾਵੇਂ 2 ਘੰਟੇ ਬੋਲੀ ਜਾਈਏ ਕਿੰਨੀਆਂ ਚੀਜ਼ਾਂ ਆ, ਪਰ ਸਾਇੰਸ ਦਾ ਬਹੁਤ ਜ਼ਿਆਦਾ ਵੱਡਾ ਰੋਲ ਆ ਜੀ। ਸਾਬੀ ਜੀ, ਆਖਰੀ ਸਵਾਲ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਅਸੀਂ ਗੱਲ ਕਰ ਲਈ ਸਪੋਰਟਸ ਇੰਸਟੀਚਿਊਟ ਦੀ, ਸਪੋਰਟਸ ਕਾਲਜ ਦੀ ਜਾਂ ਫਿਰ ਸਰਕਾਰਾਂ ਦੀ, ਸੋਸਾਇਟੀ ਦਾ ਕਿੰਨਾ ਅਹਿਮ ਰੋਲ ਹੈ? ਸੋਸਾਇਟੀ ਨੂੰ ਅਸੀਂ ਕਿਵੇਂ ਕਹੀਏ ਕਿ ਬਈ ਆਪਣੇ ਬੱਚਿਆਂ ਨੂੰ ਠੀਕ ਹੈ ਤੁਸੀਂ ਬਹੁਤੇ ਵਧੀਆ ਫਿਊਚਰ ਲਈ ਭਾਵੇਂ ਬਾਹਰ ਭੇਜ ਰਹੇ ਹੋਵੋਗੇ, ਪਰ ਖੇਡਾਂ ਨਾਲ ਜ਼ਰੂਰ ਜੋੜੋ, ਕੋਸ਼ਿਸ਼ ਤਾਂ ਰਹਿਣੀ ਚਾਹੀਦੀ ਹੈ। ਤੇ ਸਮਾਂ ਤੁਹਾਡੇ ਕੋਲ ਥੋੜਾ ਘੱਟ ਹੋਏਗਾ, ਸੋ ਜਲਦੀ ਖੇਡਣ ਕੁੱਦਣ ਮਨ ਕਾ ਚਾਓ, ਇਹ ਕਹਾਵਤ ਆਮ ਜਿਹੜੀ ਆ ਪ੍ਰਚਲਿਤ ਆ। ਪਰ ਜਿਹੜੀ ਸਾਡੇ ਜਿਹੜੇ ਪੇਰੈਂਟਸ ਆ ਨਾ, ਤਾਂ ਉਹਨਾਂ ਦਾ ਬਹੁਤ ਜ਼ਿਆਦਾ ਇਸ ਚੀਜ਼ ਦਾ ਰੋਲ ਆ ਕਿ ਬੱਚਾ ਘਰ ਦੇ ਵਿੱਚ ਉੱਠ ਕੇ ਉਹਨੇ ਜਾਣਾ ਕਿੱਦਾਂ ਆ। ਉਹ ਦੇਖੋ ਅੱਜ ਦੀ ਯੁੱਗ ਦੇ ਵਿੱਚ ਮੋਬਾਈਲ ਆ ਗਿਆ, ਹੋਰ ਚੀਜ਼ਾਂ, ਕੰਪਿਊਟਰ ਆ ਗਿਆ, ਅਸੀਂ ਉੱਥੇ ਬੈਠੇ ਰਹਿੰਦੇ ਆ। ਤਾਂ ਪਹਿਲਾਂ ਤਾਂ ਅਸੀਂ ਕਹਿੰਦੇ ਬੱਚੇ ਨੂੰ ਕਹਿੰਦੇ ਤੂੰ ਖੇਲਣ ਜਾ, ਜੋ ਗਰਾਊਂਡ 'ਚ ਜਾ। ਹੁਣ ਉਹ ਆਪਣੇ ਹੈਗਾ ਮੋਬਾਈਲਾਂ 'ਤੇ ਹੈਗਾ ਜਾਂ ਉਹ ਚੀਜ਼ ਲੈਪਟਾਪ ਦੇ ਉੱਪਰ ਹੈਗਾ। ਜਿੰਨਾ ਚਿਰ ਪੇਰੈਂਟਸ ਅਵੇਅਰ ਨਹੀਂ ਹੋਣਗੇ, ਸੋਸਾਇਟੀ ਅਵੇਅਰ ਨਹੀਂ ਹੋਣਗੇ, ਸਕੂਲਾਂ ਦੇ ਵਿੱਚ ਟਾਈਮ ਟੇਬਲ ਦੇ ਵਿੱਚ ਸਾਡੇ ਉਹ ਪੀਰੀਅਡ ਫਿਕਸ ਨਹੀਂ ਹੋਊਗਾ ਸਪੋਰਟਸ ਦਾ, ਤਾਂ ਉਹਨਾਂ ਚਿਰ ਜਿਹੜੀ ਆ ਸਾਡੀ ਸਪੋਰਟਸ ਜਿਹੜੀ ਇੰਪਰੂਵ ਨਹੀਂ ਹੋਣੀ ਜੀ। ਸਕੂਲ ਦੇ ਵਿੱਚ ਵੀ ਟਾਈਮ ਦੇਣਾ ਪੈਣਾ। ਦੇਖੋ ਅੱਜ ਕੱਲ੍ਹ ਸਕੂਲ ਦੇ ਵਿੱਚ ਜਿਹੜੀ ਆ ਫਿਜ਼ੀਕਲ ਐਜੂਕੇਸ਼ਨ ਕੰਪਲਸਰੀ ਹੈ ਨਹੀਂ, ਤਾਂ ਗੇਮਾਂ ਜਿਹੜੀਆਂ ਬਲੈਕ ਬੋਰਡ 'ਤੇ ਚੱਲ ਗਈਆਂ। ਤੁਸੀਂ ਦੇਖ ਲਓ ਪਹਿਲੀ ਅੱਧੇ ਨੌ ਸਕੂਲਾਂ ਤਾਂ ਗਰਾਊਂਡਾਂ ਹੀ ਹੈ ਨਹੀਂ ਗੀਆਂ, ਤੇ ਜੇ ਕਿਸੇ ਹੈਗੀਆਂ ਤਾਂ ਉਹ ਪ੍ਰਿੰਸੀਪਲ ਜਾਂ ਟੀਚਰ ਬਾਹਰ ਨਹੀਂ ਜਾਣ ਦਿੰਦੇ। ਤਾਂ ਜਿੰਨਾ ਚਿਰ ਇੱਕ ਖੇਡ ਸੱਭਿਆਚਾਰ ਜਿਹੜੀ ਰਾਜ ਦੇ ਵਿੱਚ ਪੈਦਾ ਨਹੀਂ ਕੀਤਾ ਜਾਊਗਾ, ਦੇਸ਼ ਦੇ ਵਿੱਚ ਪੈਦਾ ਨਹੀਂ ਕੀਤਾ ਜਾਊਗਾ, ਉਹਨਾਂ ਚਿਰ ਸਾਡੀ ਜਿਹੜੀ ਸਪੋਰਟਸ ਆ ਉਹ ਤਰੱਕੀ ਨਹੀਂ ਕਰਨੀ। ਤਾਂ ਜਿਹੜੀ ਸਾਡੀ ਆਉਣ ਵਾਲੀ ਪਨੀਰੀ ਆ ਉਹ ਜਿਹੜੀ ਹੈਗੀ ਆ ਉਹ ਵੀ ਜਿਹੜੀ ਆ ਤੁਸੀਂ ਦੇਖ ਲਓ ਉਹਨਾਂ ਦੀ ਹੈਲਥ ਕਿੱਦਾਂ ਦੀ ਹੋਣੀ ਆ, ਸਿਹਤ ਕਿੱਦਾਂ ਦੀ ਹੋਣੀ। ਮਤਲਬ ਅੱਜ ਕੱਲ੍ਹ ਦੇ ਬੱਚੇ ਜਿਹੜੇ ਆ ਉਹ ਤੁਰ ਨਹੀਂ ਸਕਦੇ, ਕਿਲੋਮੀਟਰ ਨਹੀਂ ਤੁਰ ਸਕਦੇ। ਕਿਉਂਕਿ ਕਾਰਨ ਕੀ ਆ? ਗਰਾਊਂਡਾਂ ਜਾਣੋਂ ਹਟ ਗਏ ਆ। ਇਹਦੇ ਬਾਰੇ ਸਾਨੂੰ ਸੋਚਣਾ ਪੈਣਾ। ਤਾਂ ਸਾਨੂੰ ਬੇਸ਼ੱਕ ਅੱਧਾ ਘੰਟਾ ਕਿਸੇ ਦੀ ਉਹਦਾ ਬੱਚੇ ਦਾ ਟਾਈਮ ਟੇਬਲ ਬਣਾਉਣਾ ਪੈਣਾ ਜਿਹੜਾ ਗਰਾਊਂਡ 'ਚ ਖੇਲਣ ਜਾਵੇ ਜ਼ਰੂਰ ਜੀ। ਬਾਕੀ ਜੀ ਇੱਕ ਤਾਂ ਸਬਜੈਕਟ ਨੂੰ ਲਾਜ਼ਮੀ ਕੀਤਾ ਜਾਵੇ, ਇਸ ਤੋਂ ਇਲਾਵਾ ਮਾਹੌਲ ਜਿਹੜਾ ਹੈ ਪੂਰਾ ਉਸ ਤਰੀਕੇ ਦਾ ਬਣਾਇਆ ਜਾਵੇ ਕਿ ਬੱਚੇ ਦਾ ਆਪਣਾ ਜਿਹੜਾ ਇੰਟਰਸਟ ਹੈ ਉਹ ਪੈਦਾ ਹੁੰਦਾ ਰਹੇ ਤੇ ਅੱਗੇ ਤੋਂ ਅੱਗੇ ਵੱਧਦਾ ਰਹੇ। ਬਾਕੀ ਅੱਜ ਦਾ ਜਿਹੜਾ ਅਸੀਂ ਵਿਸ਼ਾ ਚੁਣਿਆ ਪੰਜਾਬ ਦੀ ਖੇਡ ਨੀਤੀ ਕਿੰਨੀ ਕੁ ਸਾਰਥਕ, ਉਹਦੇ ਵਿੱਚ ਤੁਸੀਂ ਦੋਹਾਂ ਨੇ ਬੜਾ ਵਧੀਆ ਪਾਰਟਿਸਿਪੇਟ ਕੀਤਾ ਤੇ ਬੜੀ ਵਧੀਆ ਵਿਚਾਰਾਂ। ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਮੋਟੀਵੇਟ ਆਪਣੇ ਆਪ ਨੂੰ ਵੀ ਕਰਦਾ ਰਹਿਣਾ ਕਿ ਜੇ ਆ ਹੀ ਗਈ ਪੱਤ ਝੜਤਾ ਗਈ ਹੈ ਤੂੰ ਆਉਂਦੀ ਰੁੱਤ 'ਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ ਤੇ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਤੇ ਅਸੀਂ ਕੁਛ ਨਾ ਕੁਛ ਕੋਸ਼ਿਸ਼ ਕਰਦੇ ਰਹਾਂਗੇ। ਜੇ ਸਾਰੇ ਰਲ ਕੇ ਤੁਹਾਡੇ ਵਰਗੇ ਪ੍ਰੋਗਰਾਮ ਇੱਦਾਂ ਕਰਨਗੇ, ਲੋਕਾਂ ਨੂੰ ਪਤਾ ਲੱਗੇਗਾ, ਸਮਾਜ ਨੂੰ। ਉਹਨਾਂ ਦੇ ਬੱਚੇ ਕਹਿੰਦਾ ਕਿਸੇ ਦੇ ਅੱਗੇ ਟੋਇਆ ਪੱਟੂਗੇ ਤੇ ਉਹ ਤੁਹਾਡੇ ਅੱਗੇ ਆਊਗਾ, ਜੇ ਕਿਸੇ ਲਈ ਫੁੱਲ ਵਿਛਾਉਂਗੇ ਤੁਹਾਡੇ ਲਈ। ਜੇ ਅਸੀਂ ਆਪਣੇ ਬੱਚਿਆਂ ਨੂੰ ਗੈਂਗਵਾਰਾਂ ਤੋਂ ਬਚਾਉਣਾ ਜਾਂ ਨਸ਼ਿਆਂ ਤੋਂ ਬਚਾਉਣਾ ਤੇ ਬਹੁਤ ਜ਼ਰੂਰੀ ਇੱਦਾਂ ਦੇ ਪ੍ਰੋਗਰਾਮ ਹੋਣੇ ਵੀ, ਤੇ ਆਪਣੇ ਬੱਚਿਆਂ ਨੂੰ ਸਪੋਰਟਸ 'ਚ ਪਾਉਣਾ ਵੀ ਜੀ। ਸੋ ਤੁਸੀਂ ਦੋਨੋਂ ਆਪਣਾ ਟਾਈਮ ਕੱਢ ਕੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।